ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋਂ ਬਾਰ ਬਾਰ ਜਗ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ। ਦੋਹਰਾ ਕਹਿਤ ਹੋਤੇ ਗੁਰ ਬਾਰਤਾ ਤਬ ਪ੍ਰਸਾਦ ਕੋ ਥਾਰ ਸੁਪਕਾਰ ਲਿਆਇਓ ਤਾਹ ਅਨਕ ਪ੍ਰਕਾਰ ਆਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੁਸ਼ੀਆਂ ਆਨੰਦ ਵਰਤਾ ਰਹੇ ਹਨ। ਇੱਕ ਦਿਨ ਦੀ ਗੱਲ ਹੈ, ਜਦੋਂ ਪਾਤਸ਼ਾਹ ਜੀ ਆਪਣੇ ਸਿੰਘਾਂ ਦੇ ਨਾਲ ਬਾਹਰੋਂ ਸ਼ਿਕਾਰ ਖੇਡ ਕੇ ਮੁੜੇ ਤੇ ਸਿੰਘਾਂ ਨੇ ਕੁਝ ਮਰੇ ਹੋਏ ਮਿਰਗ ਆਦਿ ਜਾਨਵਰ ਘੋੜੇ ਤੇ ਲੱਦੇ ਹੋਏ ਹਨ ਔਰ ਕੁਦਰਤੀ ਉਜੈਨ ਦਾ ਇੱਕ ਸੇਠਾਂ ਦਾ ਪੁੱਤਰ ਹੈ ਹਰਗੋਪਾਲ, ਇਹਦੇ ਪਿਤਾ ਦਾ ਨਾਮ ਹੈ ਬਿਸ਼ੰਬਰ ਦਾਸ। ਬਿਸ਼ੰਬਰ ਦਾਸ ਜਿਹੜਾ ਹੈ ਪਹਿਲੇ ਗੁਰੂਆਂ ਤੋਂ ਗੁਰੂ ਘਰ ਦਾ ਸਹਿਜਧਾਰੀ ਸਿੱਖ ਚੱਲਿਆ ਆ ਰਿਹਾ ਹੈ ਔਰ ਸਮਾਂ ਆ ਗਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਇਹਨਾਂ ਨੇ ਚਰਨ ਪੌਲ ਤੋਂ ਬਦਲ ਕੇ ਹੁਣ ਖੰਡੇ ਦੀ ਪੌਲ ਬਣਾ ਦਿੱਤੀ ਹੈ ਔਰ ਸਿੰਘ ਸਜਣ ਲੱਗੀਆਂ। ਜਿਹੜੀਆਂ ਸਿੱਖ ਸੰਗਤਾਂ ਸਨ ਉਹ ਹੁਣ ਸਿੰਘ ਸਜਣ ਲੱਗੀਆਂ ਅੰਮ੍ਰਿਤ ਛਕ ਕੇ। ਇਹਦੇ ਪਿਤਾ ਨੇ ਆਪਣੇ ਪੁੱਤਰ ਨੂੰ ਭੇਜਿਆ ਸੀ ਕਿ ਪੁੱਤਰ ਤੈਨੂੰ ਵੀ ਗੁਰੂ ਵਾਲਾ ਬਣਨਾ ਚਾਹੀਦਾ, ਤੂੰ ਅਨੰਦਪੁਰ ਸਾਹਿਬ ਜਾ ਔਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਤਰ ਲੈ ਕੇ ਆ, ਗੁਰਮੰਤਰ ਸਿਮਰਨ ਭਜਨ ਬੰਦਗੀ ਨਾਮ ਦੀ ਦਾਤ ਉਹ ਲੈ ਕੇ ਆ ਜਾ, ਤੂੰ ਗੁਰੂ ਵਾਲਾ ਬਣ। ਇਹਦੇ ਪਿਤਾ ਨੇ ਇਹਨੂੰ 500 ਰੁਪਈਆ ਦਿੱਤਾ ਤੇ 100 ਰੁਪਈਆ ਇਹਨੂੰ ਵੀ ਮੱਥਾ ਟੇਕਣ ਲਈ ਕਿਹਾ ਤੇ ਕੁਝ ਲੰਗਰ ਦੇ ਵਿੱਚ ਪਾਉਣ ਲਈ ਰਾਸ਼ਨ ਵੀ ਭੇਜਿਆ। ਪਰ ਜਿਸ ਵੇਲੇ ਇਹ ਅਨੰਦਪੁਰ ਦੇ ਗੇਟ ਤੇ ਆਇਆ ਉਸੇ ਵੇਲੇ ਸਤਿਗੁਰੂ ਬਾਹਰੋਂ ਸ਼ਿਕਾਰ ਖੇਡ ਕੇ ਆਏ ਤੇ ਜਦ ਸੰਗਤ ਵੀ ਜਾ ਕੇ ਬੈਠਾ ਤੇ ਗੁਰੂ ਸਾਹਿਬ ਜੀ ਨੇ ਆਪਣੇ ਇੱਕ ਬਾਜ ਨੂੰ ਇੱਕ ਪੰਛੀ ਦਾ ਮਾਸ ਖਵਾਉਣਾ ਕੀਤਾ। ਇਹਦੇ ਮਨ ਵਿੱਚ ਤਰਕ ਪੈਦਾ ਹੋ ਗਿਆ, ਯਾਰ ਮੈਂ ਤਾਂ ਵੈਸ਼ਨੂੰ ਗੁਰੂ ਧਾਰਨ ਕਰਨਾ ਸੀ, ਇਹ ਤਾਂ ਸ਼ਿਕਾਰ ਖੇਡਦੇ ਆ, ਇਹਨਾਂ ਦੇ ਮਨ ਵਿੱਚ ਤਾਂ ਦਇਆ ਹੀ ਹੈ ਨਹੀਂ ਗੀ, ਇਹ ਤਾਂ ਜੀਵਾਂ ਨੂੰ ਮਾਰਦੇ ਆ, ਜੀਵ ਹੱਤਿਆ ਕਰਦੇ ਆ, ਕਿੱਥੇ ਮੇਰੇ ਬਾਪੂ ਨੇ ਭੇਜ ਦਿੱਤਾ। ਤੇ ਪਾਤਸ਼ਾਹ ਜੀ ਨੇ ਇਹਦਾ ਤਰਕ ਕੱਲ੍ਹ ਆਪਾਂ ਸਰਵਣ ਕੀਤਾ ਕਿਵੇਂ ਕੱਢਿਆ ਕਿ ਇਹਨਾਂ ਨੇ ਸਾਡੀ ਸਹੁੰ ਖਾਧੀ ਸੀ ਤੇ ਇਹਨਾਂ ਦਾ ਹਿਸਾਬ ਕਿਤਾਬ ਵੀ ਕਰਨਾ ਸੀ ਬਰਾਬਰ। ਕਹੋ ਸਤਿਨਾਮ। ਇਹ ਵਿਚਾਰ ਕੱਲ੍ਹ ਆਪਾਂ ਸਰਵਣ ਕੀਤੀ ਸੀ। ਹੁਣ ਇਹ ਹਰਗੋਪਾਲ ਬਿਸ਼ੰਬਰ ਦਾਸ ਦਾ ਪੁੱਤਰ ਉਜੈਨ ਦਾ ਰਹਿਣ ਵਾਲਾ,
ਔਰ ਕਈ ਦਿਨ ਗੁਰੂ ਘਰ 'ਚ ਰਿਹਾ। ਸਤਿਗੁਰਾਂ ਦੀ ਐਕਟੀਵਿਟੀ, ਸਤਿਗੁਰਾਂ ਦਾ ਰੋਜ਼ ਦਾ ਪ੍ਰੋਗਰਾਮ ਜਿਹੜਾ ਇਹ ਦੇਖਦਾ ਰਿਹਾ। ਇਹਦੇ ਮਨ ਵਿੱਚ ਹਜੇ ਵੀ ਸ਼ੰਕਾ ਹੈ, ਯਾਰ ਮੈਂ ਤਾਂ ਕੋਈ ਵੈਸ਼ਨੂ ਗੁਰੂ ਧਾਰਨ ਕਰਨਾ ਸੀਗਾ, ਇਹ ਤਾਂ ਜੀਵ ਹੱਤਿਆ ਕਰਦੇ ਆ, ਭੋਰਾ ਵੀ ਦਇਆ ਨਹੀਂ ਗਾ। ਤੋ ਇਸ ਤਰ੍ਹਾਂ ਇੱਕ ਦਿਨ ਵਿਚਾਰਾਂ ਚੱਲ ਹੀ ਰਹੀਆਂ ਸਨ ਕਿ ਲਾਂਗਰੀ ਜਿਹੜਾ ਹੈ ਸਤਿਗੁਰਾਂ ਦੇ ਲਈ ਭੋਜਨ ਦਾ ਥਾਲ ਲਾ ਕੇ ਲਿਆਇਆ, ਮਾਰੇ ਭੋਜਨ ਛਕੋ। ਅਤੇ ਹੁਣ ਜਿਹੜਾ ਮਨੁੱਖ ਦੇ ਦਿਮਾਗ ਵਿੱਚ ਇੱਕ ਵਾਰੀ ਭਰਮ ਜਿਹਾ ਪੈ ਜਾਵੇ, ਮੁੜ ਕੇ ਉਸੇ ਦੀ ਫੋਟੋ ਹੀ ਬਣਦੀ ਰਹਿੰਦੀ ਹੈ। ਅਤੇ ਜਦ ਉਹ ਥਾਲ ਆਇਆ, ਇਹਨੇ ਫਿਰ ਸੋਚਿਆ ਵੀ ਯਾਰ ਕਿਤੇ ਮਾਸ ਹੀ ਨਾ ਬਣਾਇਆ ਹੋਵੇ, ਗੁਰੂ ਸਾਹਿਬ ਮੈਨੂੰ ਸੱਦ ਕੇ ਆ ਵੀ ਤੈਨੂੰ ਵੀ ਪ੍ਰਸ਼ਾਦ ਦੇਵਾਂ। ਮਹਾਰਾਜ ਮੈਨੂੰ ਤਾਂ ਨਾ ਹੀ ਸੱਦੋ, ਅੰਦਰ ਹੀ ਗੱਲਾਂ ਕਰਦਾ, ਕਿਤੇ ਮਹਾਰਾਜ ਮੈਨੂੰ ਵੀ ਨਾ ਸੱਦ ਲੈਣ ਵੀ ਇਹਨੂੰ ਵੀ ਪ੍ਰਸ਼ਾਦ ਦੇ ਦਈਏ, ਇਹ ਤਾਂ ਕੰਮ ਖਰਾਬ ਹੈ। ਤੋ ਜਿਸ ਵੇਲੇ ਗੁਰੂ ਪਿਆਰੇ ਇਹ ਵਾਰਤਾ ਚੱਲ ਰਹੀ ਸੀ, ਗੁਰੂ ਸਾਹਿਬ ਜੀ ਦੇ ਕੋਲ ਉਹ ਥਾਲ ਆਇਆ ਅਤੇ ਉਸ ਵੇਲੇ ਇਹਨੇ ਐਦਾਂ ਸੋਚਿਆ। ਅਤੇ ਅੱਗੇ ਕੀ ਹੋਇਆ ਇਹ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਹਿ ਹੋਤੇ ਗੁਰ ਬਾਰਤਾ ਤਬ ਪ੍ਰਸਾਦ ਕੋ ਥਾਰ। ਇਹ ਗੱਲਬਾਤ ਚੱਲ ਹੀ ਰਹੀ ਸੀ ਪਾਤਸ਼ਾਹ ਜੀ ਦੀ ਸਿੱਖਾਂ ਦੇ ਨਾਲ। ਤੇ ਲਾਂਗਰੀ ਜਿਹੜਾ ਹੈ ਭੋਜਨ ਦਾ ਪ੍ਰਸ਼ਾਦ ਦਾ ਥਾਲ ਸਤਿਗੁਰਾਂ ਦੇ ਕੋਲ ਲੈ ਆਇਆ ਜੀ। ਸੁਪਕਾਰ ਲਿਆਇਓ ਤਾਹਾਂ ਅਨੇਕ ਪ੍ਰਕਾਰ ਆਹਾਰ। ਸੁਪਕਾਰ ਕਹਿੰਦੇ ਆ ਲਾਂਗਰੀ ਨੂੰ। ਲਾਂਗਰੀ ਥਾਲ ਦੇ ਵਿੱਚ ਲਾ ਕਰਕੇ ਤਰ੍ਹਾਂ ਤਰ੍ਹਾਂ ਦੇ ਭੋਜਨ ਸਜਾ ਕੇ ਕੱਪੜੇ ਨਾਲ ਢੱਕ ਕੇ ਲੈ ਆਇਆ ਹੈ। ਸੁਤ ਬਣੀ ਕੋ ਸਿਕਤੈ ਖਰੋ ਪਿਕਤਾ ਬਿਰਦੇ ਮਨੋਰਥ ਕਰੋ। ਔਰ ਉਹ ਬਾਣੀਏ ਦਾ ਪੁੱਤਰ ਹਰਗੋਪਾਲ ਬਿਸ਼ੰਬਰ ਦਾਸ ਦਾ ਪੁੱਤਰ ਆਪਣੇ ਆਪ ਨੂੰ ਵੈਸ਼ਨੂ ਮੰਨਦਾ ਜਿਹੜਾ, ਜਦੋਂ ਇਸ ਨੇ ਉਹ ਥਾਲ ਪ੍ਰਸ਼ਾਦ ਦਾ ਆਇਆ ਦੇਖਿਆ ਤਾਂ ਮਨੋਰਥ ਮਨ ਵਿੱਚ ਸੋਚਿਆ ਹੈ। ਮੈਂ ਗੁਰ ਡਿਗਤੇ ਦੇ ਆਹਾਰਾ ਆਮਖ ਆਦਿਖ ਜਾਹੇ ਮਜਾਰਾ। ਬਈ ਪਤਾ ਨਹੀਂ ਗੁਰੂ ਸਾਹਿਬ ਦੇ ਕੋਲ ਕਿਤੇ ਮਾਸ ਦਾ ਹੀ ਭੋਜਨ ਨਾ ਬਣਿਆ ਆ ਗਿਆ ਹੋਵੇ, ਕਿਤੇ ਮੈਨੂੰ ਨਾ ਬੁਲਾ ਕੇ ਕਹਿਣ ਆ ਜਾ ਵੀ ਤੈਨੂੰ ਵੀ ਪ੍ਰਸ਼ਾਦ ਦੇਈਏ, ਨਾ ਹੀ ਦੇਣ ਮੈਨੂੰ ਤਾਂ। ਤੈ ਮਨ ਕੀ ਸਤਿਗੁਰੂ ਪਛਾਨੀ ਸੂਪਕਾਰ ਕੀ ਸੰਗ ਬਖਾਨੀ। ਔਰ ਜਾਨੀ ਜਾਨ ਸਤਿਗੁਰਾਂ ਨੇ ਇਹਦੇ ਹਿਰਦੇ ਦੀ ਬੁੱਝ ਲਈ ਹੈ। ਤੇ ਲਾਂਗਰੀ ਨੂੰ ਆਵਾਜ਼ ਮਾਰੀ, ਕਹਿੰਦੇ ਗੱਲ ਸੁਣ ਭਾਈ। ਸੁਧ ਚੌਂਕੇ ਮੇ ਭੋਜਨ ਜਹਾਂ ਇਸ ਸਿੱਖ ਕੋ ਅਚਵਾਹੋ ਤਹਾਂ। ਇਹ ਸਿੱਖ ਨੂੰ ਉਧਰ ਲੈ ਜਾਓ ਜਿੱਧਰ ਵੈਸ਼ਨੂ ਭੋਜਨ ਬਣਦਾ, ਕਿਉਂਕਿ ਦੋਨੇ ਭੋਜਨ ਚੱਲਦੇ ਆ ਗੁਰੂ ਘਰ ਦੇ ਵਿੱਚ। ਜਿਹੜਾ ਵੈਸ਼ਨੂ ਭੋਜਨ ਨਹੀਂ ਖਾਣਾ ਉਹ ਉਧਰ ਛਕ ਲਵੇ, ਜਿਹਨੇ ਖਾਣਾ ਉਹ ਇੱਧਰ ਵੀ ਛਕ ਸਕਦਾ ਹੈ। ਐਸੀ ਕੋਈ ਗੱਲ ਨਹੀਂ ਹੈ, ਕੋਈ ਭਰਮ ਨਹੀਂ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਸੇ ਵਿਸ਼ੇ 'ਤੇ ਰਾਗ ਮਲਾਰ ਦੇ ਵਿੱਚ ਇੱਕ ਸ਼ਬਦ ਉਚਾਰਿਆ ਹੈ, ਜੋ ਕਿ ਗੰਗਾ ਹਰਿਦੁਆਰ ਦੇ ਕਿਨਾਰੇ 'ਤੇ, ਗੰਗਾ ਦੇ ਕਿਨਾਰੇ 'ਤੇ ਇੱਕ ਦਿਨ ਇੱਕ ਰਾਜਾ ਪੁੱਤਰ ਆਇਆ ਹੈ, ਕੋਲੇ ਸਿਰਫ ਤਲਵਾਰ ਹੈ, ਲੜਦਾ ਲੜਦਾ ਆਇਆ, ਭਜਾਇਆ ਕਿਸੇ ਨੇ, ਇਸ ਦਾ ਰਾਜ ਖੋਲ੍ਹਿਆ। ਬਾਬੇ ਨਾਨਕ ਨੇ ਉੱਥੇ ਬੈਠਣਾ ਕੀਤਾ ਸੀ, ਪ੍ਰਚਾਰ ਕਰ ਰਹੇ ਸੀ। ਆ ਕੇ ਕਹਿੰਦਾ ਮਹਾਰਾਜ ਬਚਾਓ ਬਚਾਓ। ਕੀ ਹੋ ਗਿਆ ਭਾਈ? ਕਹਿੰਦਾ ਜੀ ਮੇਰਾ ਰਾਜ ਖੋਲ੍ਹਿਆ ਹੈ, ਮੈਨੂੰ ਰਾਜ ਦਿਵਾਓ। ਤਾਂ ਉਸ ਵੇਲੇ ਬਾਬਾ ਨਾਨਕ ਕਹਿੰਦੇ ਧਿਆਨ ਦਿਓ। ਬਾਬਾ ਨਾਨਕ ਜੀ ਕਹਿੰਦੇ ਇਹਨਾਂ ਸੰਗਤਾਂ ਨੂੰ ਲੰਗਰ ਛਕਾ ਦਿਓ, ਤੈਨੂੰ ਰਾਜ ਮਿਲ ਜੂਗਾ। ਕਹਿੰਦਾ ਜੀ ਲੰਗਰ? ਮੇਰੇ ਤਾਂ ਜੇਬ 'ਚ ਪੈਸਾ ਵੀ ਨਹੀਂ, ਮੈਂ ਕਾਹਦਾ ਲੰਗਰ ਛਕਾਵਾਂ। ਕਹਿੰਦੇ ਤੇਰੇ ਕੋਲ ਤਲਵਾਰ ਤਾਂ ਹੈ ਨਾ, ਤੂੰ ਛਤਰੀ ਹੈ? ਕਹਿੰਦਾ ਹਾਂ ਜੀ ਇਹ ਤਾਂ ਹੈ। ਕਹਿੰਦੇ ਜਾ ਫਿਰ ਕੋਈ ਤਲਵਾਰ ਵਾਲਾ ਭੋਜਨ ਛਕਾ ਦੇ। ਕਹਿੰਦੇ ਗਿਆ ਤੇ ਇੱਕ ਮਿਰਗਣੀ ਮਾਰ ਕੇ ਲਿਆਇਆ, ਸ਼ਿਕਾਰ ਕਰਕੇ ਲਿਆਇਆ, ਉਹਨੂੰ ਸਾਫ਼ ਕਰਕੇ ਕੱਟ ਵੱਢ ਕਰਕੇ ਗੁਰੂ ਪਿਆਰਿਓ ਘੜਾ ਲਿਆ, ਉੱਥੋਂ ਘੜੇ ਵਿੱਚ ਪਾ ਕੇ ਤੇ ਅੱਗ ਮਚਾਤੀ। ਉਹਨਾਂ ਦਿਨਾਂ ਵਿੱਚ ਬ੍ਰਾਹਮਣਾਂ ਦੇ ਮੁਤਾਬਕ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ। ਕੋ ਸਤਨਾਮ, ਅੱਗ ਨਹੀਂ ਸੀ ਮਚਾਉਣੀ। ਜਦੋਂ ਅੱਗ ਦਾ ਧੂੰਆਂ ਨਿਕਲਿਆ ਤੇ ਕੁਝ ਬ੍ਰਾਹਮਣ ਭੱਜੇ ਆਏ, ਕਹਿੰਦੇ ਤੁਸੀਂ ਅੱਗ ਕਿਉਂ ਮਚਾਈ ਆ? ਅੱਜ ਤਾਂ ਬਹੁਤ ਭਾਰ ਹੈ ਦੁਨੀਆ 'ਤੇ। ਅਸਲ 'ਚ ਇਹਨਾਂ ਨੇ ਆਪ ਦਾ ਤੋਰੀ ਫੁਲਕਾ ਚਲਾਇਆ ਸੀ। ਇਹ ਸਭ ਕਰਮਕਾਂਡ ਵਹਿਮ ਭਰਮ ਸਤਿਗੁਰਾਂ ਨੇ ਬਾਣੀ ਵਿੱਚ ਕੱਢੇ ਹਨ। ਕਹੋ ਸਤਨਾਮ ਸਿੰਘ। ਅੱਜ ਤਾਂ ਬੜਾ ਭਾਰ ਹੈ, ਤੁਸੀਂ ਇਹ ਕੀ ਕੀਤਾ? ਵਿੱਚੋਂ ਜਿਹਨੇ ਕਿਸੇ ਨੇ ਵੇਖਿਆ ਸੀ, ਕਹਿੰਦੇ ਕੱਲੀ ਅੱਗ ਹੀ ਨਹੀਂ ਮਚਾਈ, ਇਹਨਾਂ ਨੇ ਤਾਂ ਥਾਂ ਭਿੱਟ ਦਿੱਤਾ। ਇੱਥੇ ਤਾਂ ਇਹਨਾਂ ਨੇ ਮਾਸ ਬਣਾਇਆ। ਕਹਿੰਦੇ ਮਾਸ ਬਣਾਇਆ? ਛੀ 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 ਛੀ, ਇਹ ਤਾਂ ਬਹੁਤ ਮਾੜਾ ਕੰਮ ਕੀਤਾ। ਬਾਹਮਣ ਕਹਿਣ ਲੱਗੇ
ਮਾਸ ਮਾਸ ਕਰ ਮੂਰਖ ਝਗੜਾ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੇ, ਗੈਂਡਾ ਮਾਰ ਹੋਮ ਜਾ ਕੀਏ। ਜਦੋਂ ਬਾਹਮਣ ਆ ਕੇ ਲੜਨ ਲੱਗੇ, ਹਾਂ ਹਾਂ ਤੁਸੀਂ ਇਹ ਕੀ ਕੀਤਾ? ਕਹਿੰਦੇ ਤੁਹਾਡੇ ਵੱਡੇ ਵੀ ਤੇ ਇਹੀ ਕੁਛ ਕਰਦੇ ਸੀਗੇ। ਤੁਹਾਡੇ ਬਾਹਮਣਾਂ ਨੇ ਇੱਕ ਵਾਰੀ ਜੱਗ 'ਚ ਕੀਤਾ, ਦੇ ਵਿੱਚ ਗੈਂਡਾ ਮਾਰ ਕੇ ਵੱਢ ਕੇ ਪਾਇਆ ਸੀਗਾ। ਗੈਂਡਾ ਮਾਰ ਹੋਮ ਜਾ ਕੀਏ, ਦੇਵਤਿਆਂ ਕੀ ਬਾਣੇ। ਤੁਸੀਂ ਕਹਿੰਦੇ ਸਾਡੇ ਦੇਵਤਿਆਂ ਨੂੰ ਭੋਗ ਲੱਗਦਾ, ਤੇ ਫਿਰ ਕੀ ਗੱਲ ਬਈ? ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੇ। ਫੜ ਕਰ ਲੋਕਾਂ ਨੂੰ ਦਿਖਲਾਵੇ, ਇੱਕ ਦੂਜੇ ਨੂੰ ਬਾਹਾਂ ਫੜ ਕੇ ਉਰੇ ਆਈ ਹੋਏ। ਉਹ ਬਾਬੇ ਨੇ ਵੇਖੀ ਮਾਸ ਧਰ ਲਿਆ ਉੱਥੇ ਆ ਕੇ, ਕਹੋ ਸਤਨਾਮ। ਇੱਕ ਦੂਜੇ ਨੂੰ ਫੜ ਫੜ ਕੇ ਮੂਹਰੇ ਲੈ ਕੇ ਆਉਂਦੇ ਆ। ਫੜ ਕਰ ਲੋਕਾਂ ਨੂੰ ਦਿਖਲਾਵੇ, ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸਮੈ ਪਾਪ ਸਮਾਣੇ। ਪਾਂਡੇ ਤੂੰ ਜਾਣੇ ਹੀ ਨਾਹੀ, ਕਿੱਥੋਂ ਮਾਸ ਹੀ ਪੰਨਾ। ਇਹ ਮਾਸ ਕਿੱਥੋਂ ਪੈਦਾ ਹੋਇਆ? ਪਾਣੀ ਤੋਂ ਪੈਦਾ ਹੋਇਆ। ਪਾਣੀ ਤੋਂ ਕਣਕ ਪੈਦਾ ਹੋਈ ਹੈ, ਪਾਣੀ ਤੋਂ ਸੇਬ ਫਲ ਫਰੂਟ ਪੈਦਾ ਹੁੰਦਾ, ਪਾਣੀ ਤੋਂ ਘਾਹ ਪੈਦਾ ਹੁੰਦਾ, ਪਾਣੀ ਤੋਂ ਗੰਨੇ ਪੈਦਾ ਹੁੰਦੇ, ਗੰਨਿਆਂ ਤੋਂ ਗੁੜ ਬਣਿਆ, ਖੰਡ ਬਣੀ, ਸ਼ੱਕਰ ਬਣੀ, ਆਦਿ ਆਦਿ। ਕਹਿੰਦੇ ਯਾਰ ਤੁਸੀਂ ਐਵੇਂ ਲੜੀ ਜਾਂਦੇ ਹੋ, ਫਿਰ ਕੀ ਹੋ ਗਿਆ? ਇਹ ਸਾਰਾ ਕੁਝ ਪਾਣੀ ਤੋਂ ਬਣਿਆ। ਮਿਰਗਣੀ ਵੀ ਪਾਣੀ ਤੋਂ ਬਣੀ ਹੈ, ਬੱਕਰਾ ਵੀ ਪਾਣੀ ਤੋਂ ਬਣਿਆ। ਪਾਤਸ਼ਾਹ ਕਹਿੰਦੇ ਤੋਇਓ ਅੰਨ ਕਪਾਲ ਕਪਾਹਾਂ, ਤੋਇਓ ਤ੍ਰੇ ਭਵਨ ਗੰਨਾ, ਤੋਆ ਆਖੇ ਹਮ ਦੀ ਅੱਛਾ, ਤੋਏ ਬਹੁਤ ਵਿਕਾਰਾ। ਬੜਾ ਰੌਲਾ ਪਿਆ ਉੱਥੇ, ਵੱਡਾ ਸਾਰਾ ਸ਼ਬਦਾਂ ਨੂੰ ਪੂਰਾ ਆਪਾਂ ਕਰ ਨਹੀਂ ਸਕਦੇ ਕਿਉਂਕਿ ਕਥਾ ਵੀ ਅੱਗੇ ਚਲਾਉਣੀ ਆ। ਅਖੀਰ ਤੇ ਬਾਬਾ ਜੀ ਕਹਿੰਦੇ ਨਾਲੇ ਅਸੀਂ ਤਾਂ ਖੀਰ ਧਰੀ ਹੈ, ਤੁਹਾਨੂੰ ਮਿਰਗਣੀ ਲੱਗਦੀ ਆ, ਕੋ ਸਤਨਾਮ। ਔਰ ਸਾਰੇ ਬ੍ਰਾਹਮਣਾਂ ਨੂੰ ਬਿਠਾ ਕੇ ਉਹ ਕੱਢ ਕੇ ਘੜੇ 'ਚੋਂ ਛਕਾ ਦਿੱਤਾ। ਪਾਤਸ਼ਾਹ ਨੇ ਉਹਦੀ ਖੀਰ ਹੀ ਬਣਾ ਦਿੱਤੀ। ਤੋ ਇਸ ਕਰਕੇ ਹੁਣ ਇੱਥੇ ਮਾਸ ਦੀ ਗੱਲ ਚੱਲ ਪਈ ਹੈ। ਸ਼ਾਇਦ ਆਪਣੇ 'ਚੋਂ ਕਿਸੇ ਦੇ ਮਨ 'ਚ ਤਰਕ ਆ ਜੇ, ਹੈ ਯਾਰ ਬਾਬੇ ਖਾਂਦੇ ਸੀਗੇ, ਕੋਈ ਵੱਡੀ ਗੱਲ ਨਹੀਂ ਹੈ, ਕੋ ਸਤਨਾਮ। ਸਿੰਘ ਛਕਦੇ ਸਨ ਗੁਰੂ ਪਿਆਰਿਓ। ਜੰਗਲਾਂ ਦੇ ਵਿੱਚ ਜਦੋਂ ਕਿਤੇ ਕੁਛ ਮਿਲਦਾ ਨਹੀਂ ਸੀ, ਤੇ ਉੱਥੇ ਫਿਰ ਧਰਮ ਦੇ ਜੰਗ ਕਰਨੇ ਆ, ਤੇ ਜੰਗ ਕਰਨ ਵਾਸਤੇ ਸਰੀਰ ਦੀ ਲੋੜ ਹੈ, ਤੇ ਸਰੀਰ ਨੂੰ ਭੋਜਨ ਚਾਹੀਦਾ ਹੈ। ਫਿਰ ਉੱਥੇ ਕੋਈ ਵੱਡੀ ਗੱਲ ਨਹੀਂ ਹੈ, ਕੋਈ ਸਤਨਾਮ ਸੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਹ ਬਾਣੀਏ ਦੇ ਪੁੱਤਰ ਨੇ ਜਦ ਵੇਖਿਆ ਬਈ ਪਾਤਸ਼ਾਹ ਕੋਲੇ ਥਾਲ ਲੱਗੇ ਆ ਗਿਆ, ਕਿਤੇ ਮਾਸ ਹੀ ਨਾ ਬਣਿਆ ਹੋਵੇ, ਕਿਤੇ ਮੈਨੂੰ ਕਹਿੰਦੇ ਪੁੱਤਰ ਹੋ ਰਿਹਾ ਤੈਨੂੰ ਵੀ ਭੋਰਾ ਦਈਏ, ਬਈ ਮੈਂ ਤਾਂ ਖਾਣਾ ਨਹੀਂਗਾ। ਤੇ ਬਾਬਾ ਜੀ ਲਾਂਗਰੀ ਨੂੰ ਕਹਿੰਦੇ ਬਈ ਇਹ ਬੱਚੇ ਨੇ ਨਹੀਂ ਛਕਣਾਗਾ, ਇਸ ਨੂੰ ਇੱਦਾਂ ਕਰ, ਜਿੱਧਰ ਸਾਦਾ ਭੋਜਨ ਬਣਿਆ ਉਧਰ ਲੈ ਜਾਓ ਜੀ। ਸੁਣ ਬਣੇ ਕੇ ਚਿੱਤ ਭਈ ਸ਼ਾਂਤੀ, ਹਿਰਦੇ ਪ੍ਰਤੀਤ ਆਏ ਪਲ ਭਾਂਤੀ। ਸ਼ਾਂਤੀ ਜੀ ਆ ਗਈ, ਸ਼ੁਕਰ ਹੈ ਵੈਸ਼ਨੂੰ ਭੋਜਨ ਵੀ ਬਣਦਾ ਇੱਥੇ। ਚੱਲ ਚੰਗਾ ਹੋਇਆ ਬਚ ਗਏ ਯਾਰ, ਮੈਂ ਤਾਂ ਮਾਸ ਹੀ ਖਵਾ ਦਿੰਦੇ ਮੈਨੂੰ, ਫਿਰ ਕੀ ਬਣਦਾ। ਸ਼ਾਂਤੀ ਆ ਗਈ, ਚਲੋ ਸ਼ੁਕਰ ਹੈ। ਜਦੋਂ ਬਾਬੇ ਨੇ ਕਿਹਾ ਬਈ ਇਹਨੂੰ ਦੂਜੇ ਪਾਸੇ ਸਾਦਾ ਭੋਜਨ ਛਕਾ ਦੇ, ਇਹਨੇ ਨਹੀਂ ਛਕਣਾ। ਇਹ ਭੋਜਨ ਅਚਿਓ ਜਾਏ ਕਰ ਜਬੈ, ਬੀਤਿਓ ਦਿਵਸ ਭਈ ਨਿਸਤਬੈ। ਔਰ ਇਸ ਨੂੰ ਲਾਂਗਰੀ ਨਾਲ ਲੈ ਗਏ ਆ, ਜਿੱਧਰ ਦਾਲ ਪ੍ਰਸ਼ਾਦਾ ਸਬਜ਼ੀ ਆਦਿ ਬਣੀ ਸੀ ਉਧਰ ਛਕਾ ਦਿੱਤਾ ਹੈ। ਔਰ ਫਿਰ ਰਾਤ ਪੈ ਗਈ ਜੀ। ਸੁਖਤ ਵਿਚਾਰਤ ਗਿਣਤੀ ਨਾਨਾ, ਤਰਕਤ ਗੁਰ ਕੀ ਕਿਰਿਆ ਮਹਾਨਾ। ਔਰ ਸਤਿਗੁਰਾਂ ਦੀ ਕਿਰਿਆ ਦੇ ਉੱਤੇ, ਭਾਵ ਸਤਿਗੁਰਾਂ ਦੇ ਜੀਵਨ ਉੱਤੇ ਇਹ ਰਾਤ ਨੂੰ ਅਨੇਕਾਂ ਤਰ੍ਹਾਂ ਦੇ ਤਰਕ ਵਿਤਰਕ ਕਰਨ ਲੱਗਿਆ, ਅਨੇਕਾਂ ਤਰ੍ਹਾਂ ਦੀਆਂ ਸੋਚਾਂ ਸੋਚਣ ਲੱਗਿਆ। ਰਾਤ ਨੂੰ ਜਦ ਇਹ ਸੌਣ ਵਾਸਤੇ ਜਿੱਥੇ ਇਹਨੂੰ ਉਤਾਰਾ ਦਿੱਤਾ ਗਿਆ ਜੀ। ਪ੍ਰਥਮ ਪਿਤਾ ਮੇਰੋ ਚਲੇ ਆਇਓ, ਕਿਸ ਪ੍ਰਕਾਰ ਕੋ ਗੁਰੂ ਬਣਾਇਓ। ਕਹਿੰਦਾ ਯਾਰ ਸਾਡੇ ਪਿਓ ਨੇ, ਮੇਰੇ ਪਿਓ ਨੇ ਕਿਹੋ ਜਿਹਾ ਗੁਰੂ ਧਾਰਨ ਕੀਤਾ ਹੈ। ਕੋਈ ਸਾਨੂੰ ਬਾਣੀਆਂ ਨੂੰ ਤਾਂ ਵੈਸ਼ਨੂੰ ਗੁਰੂ ਧਾਰਨ ਕਰਨਾ ਚਾਹੀਦਾ, ਅਸੀਂ ਬਾਣੀਆਂ ਦੇ ਪੁੱਤਰ ਹਾਂ। ਇਹ ਮੇਰੇ ਪਿਤਾ ਨੇ ਕੈਸਾ ਗੁਰੂ ਧਾਰਿਆ ਹੈ। ਜੀਵ ਘਾਤ ਅੰਨ ਕੋ ਖਾਵੇ, ਦਇਆ ਆਦ ਗੁਣ ਨਹੀਂ ਕਮਾਵੇ। ਔਰ ਇਹਨਾਂ ਵਿੱਚ ਦਇਆ ਹੀ ਨਹੀਂ ਹੈ। ਗੁਰੂ ਪਿਆਰਿਓ ਮੇਰੇ ਗੱਲ ਯਾਦ ਆ ਗਈ, ਮਹਾਤਮਾ ਗਾਂਧੀ, ਵੈਸੇ ਮਹਾਤਮਾ ਕਹਿਣ ਨੂੰ ਜੀ ਨਹੀਂ ਕਰਦਾ, ਇਹ ਗਾਂਧੀ ਕਹਿੰਦਾ ਗੁਰੂ ਨਾਨਕ ਤਾਂ ਠੀਕ ਸੀਗਾ, ਮਾਲਾ ਦੇ ਨਾਲ ਕੰਮ ਚਲਾਇਆ, 9ਵੇਂ ਪਾਤਸ਼ਾਹ ਤੱਕ ਵਧੀਆ ਸੀ ਕੰਮ, ਪਰ 10ਵੇਂ ਪਾਤਸ਼ਾਹ ਜਿਹੜੇ ਬਣੇ ਨਾ ਗੁਰੂ ਗੋਬਿੰਦ ਸਿੰਘ, ਇਹ ਤਾਂ ਭੁਲੱਕੜ ਗੁਰੂ ਸੀ। ਕੋ ਸਤਨਾਮ। ਐਵੇਂ ਲੜਾਈਆਂ ਕਰਦੇ ਰਹੇ, ਥਾਂ ਥਾਂ ਤੇ ਲੋਕਾਂ ਨੂੰ ਮਾਰਦੇ ਰਹੇ। ਔਰ ਉਸ ਦਾ ਇਹ ਭਾਸ਼ਣ ਗੁਰਸਿੱਖਾਂ ਨੇ ਵੀ ਸੁਣ ਲਿਆ। ਤੇ ਸਾਡਾ ਇੱਕ ਸਿੰਘ ਹੋਇਆ ਚੜ੍ਹਦੀ ਕਲਾ ਦਾ, ਭਾਈ ਦਿੱਤ ਸਿੰਘ। ਦਿੱਤ ਸਿੰਘ ਬਹੁਤ ਵਧੀਆ ਗਿਆਨੀ ਹੋਏ ਆ ਪਿਛਲੇ ਸਮਿਆਂ ਦੇ ਵਿੱਚ। ਜਦ ਉਹਨਾਂ ਨੇ ਗੱਲ ਸੁਣੀ ਤੇ ਉਹ ਤੋਂ ਰਿਹਾ ਨਾ ਗਿਆ ਵੀ ਇਹਦਾ ਜਵਾਬ ਹੁਣ ਇਹਨੂੰ ਦੇਣਾ ਹੀ ਪੈਣਾ, ਦੇਣਾ ਚਾਹੀਦਾ ਜਦੋਂ ਕੋਈ ਸਾਡੇ ਐਂਟੀ ਗੱਲ ਕਰਦਾ। ਕੋਈ ਸਤਨਾਮ। ਤੇ ਦਿੱਤ ਸਿੰਘ ਉਸ ਗਾਂਧੀ ਦੇ ਕਿਸੇ ਸਮਾਗਮ ਵਿੱਚ ਪਹੁੰਚ ਗਿਆ। ਜਦ ਪਹੁੰਚਿਆ ਤੇ ਉੱਥੇ ਫਿਰ ਇਹਨੇ ਵੀ ਟਾਈਮ ਮੰਗ ਲਿਆ, ਨਾਮ ਲਿਖਾਤਾ ਵੀ ਮੈਂ ਵੀ ਟਾਈਮ ਲੈਣਾ ਥੋੜ੍ਹਾ ਜਿਹਾ। ਦਿੱਤਾ ਗਿਆ ਦਿੱਤ ਸਿੰਘ ਨੂੰ ਟਾਈਮ।
ਤੇ ਸਪੀਕਰ ਦੇ ਜਾ ਕੇ ਕਹਿਣ ਲੱਗਿਆ ਮੈਂ ਇੱਕ ਜ਼ਰੂਰੀ ਗੱਲ ਕਰਨ ਵਾਸਤੇ ਆਇਆ, ਵੈਸੇ ਮੈਨੂੰ ਕੋਈ ਜ਼ਰੂਰੀ ਨਹੀਂ ਸੀਗਾ ਆਉਣਾ। ਮੈਂ ਗਾਂਧੀ ਜੀ ਨੂੰ ਪੁੱਛਦਾ ਬਈ ਇਸ ਨੇ ਗੁਰੂ ਗੋਬਿੰਦ ਸਿੰਘ ਨੂੰ ਭੁਲੱਕੜ ਗੁਰੂ ਕਿਹੜੇ ਵਿਸ਼ੇ ਤੇ ਕਿਹਾ? ਕੋਈ ਸਤਨਾਮ। ਬਸ ਮੈਂ ਇਹਦਾ ਜਵਾਬ ਲੈਣ ਵਾਸਤੇ ਆਇਆ। ਹੁਣ ਉੱਥੇ ਡਿਬੇਟ ਚੱਲ ਪਈ, ਤੁਹਾਡੇ ਟੀਵੀ ਤੇ ਡਿਬੇਟ ਚੱਲਦੀ ਹੈ ਨਾ, ਉਸੇ ਚੀਜ਼ਾਂ ਦੋਨੇ ਗੱਲਾਂ ਬਾਤਾਂ ਚੱਲ ਪਈਆਂ। ਦਿੱਤ ਸਿੰਘ ਪ੍ਰਸ਼ਨ ਕਰਨ ਲੱਗਿਆ, ਗਾਂਧੀ ਜਵਾਬ ਦੇਣ ਲੱਗਿਆ। ਤਾਂ ਗੁਰੂ ਪਿਆਰਿਓ ਦਿੱਤ ਸਿੰਘ ਕਹਿੰਦਾ ਵੀ ਦੱਸੋ। ਕਹਿਣ ਲੱਗੇ ਬਾਬਾ ਨਾਨਕ ਤਾਂ ਦੇਖੋ ਪਿਆਰ ਦੇ ਨਾਲ ਸਾਰੀ ਦੁਨੀਆ ਦਾ ਗੁਰੂ ਹੋਇਆ, ਜਗਤ ਗੁਰੂ ਹੋਇਆ, ਦੁਨੀਆ ਨੂੰ ਪਿਆਰ ਨਾਲ ਸਿੱਧੇ ਰਸਤੇ ਪਾਉਂਦਾ ਰਿਹਾ, ਅਹਿੰਸਾਵਾਦੀ ਸੀ, ਜੀਵ ਹੱਤਿਆ ਤੋਂ ਰੋਕਦਾ ਸੀ, ਆਦਿ ਆਦਿ। ਪਰ ਗੁਰੂ ਗੋਬਿੰਦ ਸਿੰਘ ਤਾਂ ਜੀਵ ਹੱਤਿਆ ਕਰਦੇ ਰਹੇ, ਐਵੇਂ ਜੰਗਾਂ ਕਰਦੇ ਰਹੇ। ਉਹ ਬਾਬੇ ਨਾਨਕ ਵਾਲੀ ਕਲਾ ਨਹੀਂ ਇਹਨਾਂ 'ਚ ਹੈਗੀ। ਦਿੱਤ ਸਿੰਘ ਕਹਿਣ ਲੱਗਿਆ ਮੈਂ ਇੱਕ ਗੱਲ ਦਾ ਜਵਾਬ ਪੁੱਛਦਾ, ਗੀਤਾ ਕੀ ਹੈ? ਤੇ 6 ਦਿਨੇ ਗਾਂਧੀ ਕਹਿਣ ਲੱਗਿਆ ਗੀਤਾ ਸਾਡੀ ਮਾਤਾ ਹੈ। ਗੀਤਾ ਗ੍ਰੰਥ ਭਾਵ ਜੋ ਕ੍ਰਿਸ਼ਨ ਜੀ ਨੇ ਉਚਾਰਨ ਕੀਤਾ, ਕੋ ਸਤਨਾਮ, ਜੋ ਹਿੰਦੂ ਮਤ ਵਿੱਚ ਬੜਾ ਪ੍ਰਵਾਨਿਤ ਹੈ, ਸਤਿਕਾਰਯੋਗ ਹੈ ਗ੍ਰੰਥ, ਅਵਤਾਰ ਦਾ ਲਿਖਿਆ ਹੋਇਆ। ਐਸੀ ਗੱਲ ਨਹੀਂ, ਅਸੀਂ ਵੀ ਸਤਿਕਾਰ ਕਰਦੇ ਹਾਂ ਉਹਨਾਂ ਦਾ। ਕ੍ਰਿਸ਼ਨ ਜੀ ਆਪਣਾ ਪੁੱਛਿਆ ਵੀ ਇਹ ਗੀਤਾ, ਕਹਿੰਦੇ ਗੀਤਾ ਸਾਡੀ ਮਾਤਾ ਹੈ। ਕਹਿੰਦੇ ਉਹ ਤਾਂ ਠੀਕ ਹੈ, ਪਰ ਇਹ ਗੀਤਾ ਕਿੱਥੇ ਉਚਾਰਨ ਹੋਈ ਆ? ਕਹਿੰਦੇ ਕੁਰੂਕਸ਼ੇਤਰ ਦੇ ਜੰਗ 'ਚ। ਕਹਿੰਦੇ ਉਹ ਜੰਗ ਕਿਉਂ ਹੋਇਆ ਫਿਰ ਜੇ ਮਾੜਾ ਸੀ ਤਾਂ? ਕਹਿੰਦੇ ਉਹ ਧਰਮ ਯੁੱਧ ਸੀਗਾ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਧਰਮ ਯੁੱਧ ਹੀ ਕੀਤੇ ਆ, ਕੋ ਸਤਨਾਮ ਸੀ। ਜਵਾਬ ਦੇ ਇਸ ਦਾ, ਜੇ ਕ੍ਰਿਸ਼ਨ ਜੀ ਉਸ ਕੁਰੂਕਸ਼ੇਤਰ ਦੇ ਜੰਗ ਦੇ ਮੈਦਾਨ ਵਿੱਚ ਖੜ ਕੇ ਅਰਜਨ ਨੂੰ ਕਹਿ ਸਕਦੇ ਹੈ ਕਿ ਤੂੰ ਸ਼ਸਤਰ ਚੱਕ ਲੜਾਈ ਕਰ, ਕਹਿੰਦੇ ਕਿਹਾ ਨਾ? ਕਹਿੰਦੇ ਹਾਂ। ਫਿਰ ਜੇ ਮਾੜੀ ਗੱਲ ਸੀ ਫਿਰ ਕ੍ਰਿਸ਼ਨ ਨੇ ਕਿਹਾ, ਫਿਰ ਇਹਦਾ ਮਤਲਬ ਕ੍ਰਿਸ਼ਨ ਵੀ ਭੁਲੱਕੜ ਹੋਇਆ, ਕੋਈ ਸਤਨਾਮ? ਨਹੀਂ ਨਹੀਂ, ਐਸੀ ਗੱਲ ਨਹੀਂ। ਫਿਰ ਤੂੰ ਆਪਣੀ ਗੱਲ ਦਾ ਜਿਹੜਾ ਹੈ ਮਾਫੀ ਮੰਗ ਖੜਾ ਹੋ ਕੇ ਵੀ ਇਹ ਗੱਲ ਮੈਂ ਗਲਤ ਕਹਿ ਬੈਠਾ, ਕੋਈ ਸਤਨਾਮ। ਗੁਰੂ ਗੋਬਿੰਦ ਸਿੰਘ ਨੇ ਧਰਮ ਯੁੱਧ ਕੀਤੇ ਹੈ। ਕ੍ਰਿਸ਼ਨ ਜੀ ਨੇ ਅਰਜਨ ਪਾਂਡਵਾਂ ਦਾ ਔਰ ਕੌਰਵਾਂ ਦਾ ਜੰਗ ਜਿਹੜਾ ਕਰਵਾਇਆ ਉੱਥੇ, ਉਹ ਹੀ ਧਰਮ ਯੁੱਧ ਸੀਗਾ, ਕਿਉਂਕਿ ਕੌਰਵਾਂ ਨੇ ਪਾਂਡਵਾਂ ਦਾ ਰਾਜ ਖੋਹ ਲਿਆ ਸੀ, ਕੋਈ ਸਤਨਾਮ। ਔਰ ਦਿੰਦਾ ਨਹੀਂ ਸੀ, ਕਹਿੰਦਾ ਸੂਈ ਦੇ ਨੱਕੇ ਜਿੰਨੇ ਵੀ ਥਾਂ ਮੈਂ ਨਹੀਂ ਦਿੰਦਾ। ਹੁਣ ਕਹਿੰਦੇ ਫਿਰ ਆ ਜਾ ਜੰਗ ਦੇ ਮੈਦਾਨ 'ਚ ਆ ਜਾ। ਉਹ ਅਰਜਨ ਜਿਹੜਾ ਸੀਗਾ, ਜਦੋਂ ਉਹਦੇ ਸਾਹਮਣੇ ਕੌਰਵਾਂ ਦੀ ਫੌਜ ਖੜੀ ਸਾਹਮਣੇ ਹੋਈ, ਉਹ ਹਥਿਆਰ ਸਿੱਟ ਕੇ ਖੜ ਗਿਆ। ਕਹਿੰਦਾ ਮਹਾਰਾਜ ਮੈਂ ਨਹੀਂ ਜੰਗ ਕਰਨਾ। ਕਿਉਂ? ਕਹਿੰਦੇ ਮੈਨੂੰ ਤਾਂ ਕੁੱਲ ਘਾਤੀ ਨੇ ਕਲੰਕੀ, ਪਤਾ ਨਹੀਂ ਕੀ ਕੁਝ ਕਹਿਣਗੇ। ਕਹਿੰਦੇ ਕਿਉਂ? ਕਹਿੰਦੇ ਸਾਰੇ ਨਾਨਕੇ ਦਾਦਕੇ ਚਾਚੇ ਤਾਏ, ਕਿਉਂਕਿ ਕੌਰਵ ਪਾਂਡਵ ਚਾਚੇ ਤਾਇਆਂ ਦੇ ਮੁੰਡੇ ਸਨ, ਰਿਸ਼ਤੇਦਾਰੀਆਂ ਸਾਰੀਆਂ ਦੀਆਂ ਇੱਕੋ ਹੀ ਸੀਗੀਆਂ। ਕਹਿੰਦੇ ਮੈਨੂੰ ਕੁੱਲ ਘਾਤੀ ਕਹਿਣਗੇ। ਕ੍ਰਿਸ਼ਨ ਜੀ ਕਹਿੰਦੇ ਹੱਕ ਲੈਣ ਵਾਸਤੇ ਜੰਗ ਕਰਨਾ ਪੈਂਦਾ ਹੈ, ਜ਼ੁਲਮ ਨਾ ਸਹਿਣਾ ਚੰਗਾ, ਨਾ ਜ਼ੁਲਮ ਕਰਨਾ ਚੰਗਾ। ਇਸ ਕਰਕੇ ਤੈਨੂੰ ਲੜਨਾ ਚਾਹੀਦਾ। ਮਸਾਂ ਸਮਝਾਇਆ। ਉਹ ਜਿਹੜਾ ਗਿਆਨ ਦਿੱਤਾ ਗਿਆ ਉਹ ਸਾਡੇ ਸਾਰਿਆਂ ਵਾਸਤੇ ਹੈ, ਉਹਨਾਂ ਦੇ ਸਾਰਿਆਂ ਵਾਸਤੇ ਹੈ, ਕਿਉਂਕਿ ਗਿਆਨ ਦਿੱਤਾ ਗਿਆ ਉਹਦੇ ਵਿੱਚ, ਕੋ ਸਤਨਾਮ। ਔਰ ਫਿਰ ਜਾ ਕੇ ਅਰਜਨ ਬਰਾਬਰ ਲੜਿਆ ਸੀਗਾ ਤੇ ਉਹਨਾਂ ਦਾ ਖਾਤਮਾ ਕਰਕੇ ਰਾਜ ਵਾਪਸ ਲਿਆ ਸੀ। ਇਸ ਕਰਕੇ ਗੁਰੂ ਸਾਹਿਬਾਨ ਨੇ ਉਸ ਵੇਲੇ ਫਿਰ ਜਦੋਂ ਇਹ ਗਿਆਨ ਬਖਸ਼ਣਾ ਕੀਤਾ ਤਾਂ ਉਸ ਵੇਲੇ ਸਬਾਣੀਏ ਦੇ ਪੁੱਤਰ ਹਰਗੋਪਾਲ ਨੂੰ ਕਹਿੰਦੇ ਇਹ ਖਿਆਲ ਆਇਆ, ਰਾਤ ਨੂੰ ਪਿਆ ਸੋਚੀ ਜਾਂਦਾ ਕਿੱਥੇ ਮੇਰਾ ਬਾਪੂ ਆ ਕੇ ਇਹਨਾਂ ਦਾ ਚੇਲਾ ਬਣ ਗਿਆ ਹੈ, ਇਹਨਾਂ ਦਾ ਸਿੱਖ ਬਣ ਗਿਆ ਹੈ, ਇਹਨਾਂ ਨੂੰ ਗੁਰੂ ਧਾਰਨ ਕੀਤਾ ਹੈ। क्योंकि जैसे शस्त्र बिखे उचारी त्यागन मद हिंसा पर नारी। ਇਹ ਤਾਂ ਜੀਵ ਘਾਤ ਕਰਦੇ ਆ, ਮਾंस ਖਾਂਦੇ ਆ। ਜੀਵ ਘਾਤ ਕਰਨ ਵਾਲੇ ਦੇ ਮਨ ਵਿੱਚ ਦਇਆ ਨਹੀਂ ਹੈ। ਤੇ ਕੋਈ ਜ਼ੁਲਮ ਕਰਦਾ ਹੈ ਉਹਦੇ ਮੂਹਰੇ ਹੱਥ ਬੰਨ੍ਹ ਕੇ ਖੜ ਜਾਓ। ਮਹਾਤਮਾ ਬੁੱਧ ਜੀ ਨੇ ਧਰਮ ਚਲਾਇਆ ਸੀਗਾ, ਉਹਨਾਂ ਨੇ ਅਹਿੰਸਾ ਦਾ ਧਰਮ ਹੀ ਚਲਾਇਆ ਸੀਗਾ ਵੀ ਕਿਸੇ ਨੂੰ ਦੰਗ ਨਾ ਕਰੋ, ਦੁੱਖ ਨਾ ਦਿਓ। ਜੇ ਤੁਹਾਡੇ ਕੋਈ ਲੱਪੜ ਮਾਰਦਾ ਦੂਜਾ ਪਾਸਾ ਮੂਹਰੇ ਕਰਦੇ ਵੀ ਇੱਧਰ ਵੀ ਮਾਰ ਲਾ। ਪਰ ਕਿੰਨਾ ਚਿਰ ਧਰਮ ਚੱਲਿਆ ਫਿਰ ਉਹ, ਕੋ ਸਤਨਾਮ। ਬੜੀ ਹੀ ਥੋੜੀ ਸਮੇਂ ਦੇ ਵਿੱਚ ਮਹਾਤਮਾ ਬੁੱਧ ਦੇ ਧਰਮ ਨੂੰ ਗਾਇਬ ਕਰ ਦਿੱਤਾ। ਆਰੀਅਨ ਲੋਕਾਂ ਨੇ, ਇਹਨਾਂ ਬ੍ਰਾਹਮਣ ਲੋਕਾਂ ਨੇ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੱਲਦੇ ਚੱਲਦੇ ਇੱਕ ਯਾਤਰਾ ਦੌਰਾਨ ਦਾਦੂ ਦੇ ਦੁਆਰੇ ਗਏ। ਦਾਦੂ ਦੇ ਦੁਆਰੇ ਦਾ ਸੇਵਕ ਉਸ ਵੇਲੇ ਆ ਜੈਤਮਲ। ਉਹ ਕਹਿਣ ਲੱਗੇ ਮਹਾਰਾਜ ਸਾਡੇ ਦਾਦੂ ਜੀ ਤਾਂ ਇਹ ਕਹਿੰਦੇ ਆ, ਦਾਦੂ ਦਾਵਾ ਦੂਰ ਕਰ, ਰਾਮ ਦਿਹਾੜੇ ਦਿਨ ਕੱਟ।
ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਦਾਦੂ ਜੀ ਹੁਣ ਉਹ ਟਾਈਮ ਨਹੀਂ ਹੈ, ਦਾਦੂ ਦਾਵਾ ਬੰਨ ਕੇ ਦੁਸ਼ਮਣ ਲਈਏ ਲੁੱਟ, ਇੱਕ ਰਹਿਸੀ ਖਾਲਸਾ ਹੋਰ ਮਰੇਗੀ ਹੁੱਟ, ਐਸੀ ਗੱਲ ਨਹੀਂ ਹੈ। ਦਾਵਾ ਬੰਨਣਾ ਚਾਹੀਦਾ ਹੈ। ਦਾਵਾ ਤਾਂ ਸਾਨੂੰ ਗੁਰੂ ਘਰ ਤੇ ਹੀ ਬੰਨਿਆ ਹੋਇਆ, ਕਿ ਇੱਥੇ ਕੁੱਤਿਆਂ ਨੂੰ ਆਉਣ ਦਈਏ, ਗਾਵਾਂ ਮੱਝਾਂ ਨੂੰ ਆਉਣ ਦਈਏ, ਨਹੀਂ ਨਾ ਆਉਣ ਦਿੰਦੇਗੇ। ਇਸ ਕਰਕੇ ਦਾਵਾ ਸਾਨੂੰ ਸਾਡੇ ਘਰ ਤੇ ਵੀ ਹੈ, ਸਾਨੂੰ ਆਪਣੇ ਆਪ ਤੇ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਦਾਵਾ ਬੰਨੇ ਬਿਨਾਂ ਤਾਂ ਸੰਸਾਰ ਚੱਲਦਾ ਹੀ ਨਹੀਂਗਾ। ਐਂ ਤਾਂ ਫਿਰ ਬੰਦਾ ਇੱਕ ਦੂਜੇ ਨੂੰ ਉਹਦੀ ਮਾਰ ਦੇਵੇ, ਖਤਮ ਹੀ ਕਰ ਦੇਵੇ। ਜਿਹੜਾ ਤਕੜਾ ਉਹ ਗਰੀਬਾਂ ਨੂੰ ਮਾਰ ਦੇਵੇ। ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਜ਼ੁਲਮ ਕਰਨਾ ਵੀ ਚੰਗਾ ਨਹੀਂ, ਜ਼ੁਲਮ ਦੇਖਣਾ ਵੀ ਚੰਗਾ ਨਹੀਂ, ਜ਼ੁਲਮ ਸਹਿਣਾ ਵੀ ਚੰਗਾ ਨਹੀਂ। ਇਹ ਕਹਿਣ ਲੱਗੇ ਹੈ ਯਾਰ ਇਹ ਤਾਂ ਮਾਸ ਖਾਂਦੇ ਹੈ, ਇਹਨਾਂ ਦੇ ਮਨ ਵਿੱਚ ਦਇਆ ਕਿੱਥੇ ਹੈ। ਜਿਵੇਂ ਸਾਡੇ ਹਿੰਦੂ ਮਤ ਦੇ ਗ੍ਰੰਥਾਂ ਵਿੱਚ, ਸ਼ਾਸਤਰਾਂ ਵਿੱਚ ਕਿਹਾ ਹੈ ਕਿ ਜੀਵ ਨੂੰ ਹਿੰਸਾ ਨਹੀਂ ਕਰਨੀ ਚਾਹੀਦੀ, ਪਰ ਨਾਰੀ ਦਾ ਤਿਆਗ ਕਰਨਾ ਚਾਹੀਦਾ। ਇਹ ਚੰਗੀ ਗੱਲ ਹੈ। ਪਾਤਸ਼ਾਹ ਜੀ ਕਹਿੰਦੇ ਜੈਸੇ ਸ਼ਸਤਰ ਵਿਖੇ ਉਚਾਰੇ ਤਿਆਗਨ ਮਦ ਹਿੰਸਾ ਪਰ ਨਾਰੇ। ਜਿਵੇਂ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ ਕਿ ਮਨੁੱਖ ਨੂੰ ਹਿੰਸਾ ਤਿਆਗਣੀ ਚਾਹੀਦੀ ਹੈ, ਮਦ ਨਸ਼ਾ ਨਹੀਂ ਵਰਤਣਾ ਚਾਹੀਦਾ, ਔਰ ਪਰ ਨਾਰੀ ਤੋਂ ਦੂਰ ਰਹਿਣਾ चाहिए। रूप आदि के नेर न जावे, साध धर्म ऐसे बन आवे। ਜੂਆ ਆਦि नहीं खेडना चाहिदा, सच दे धर्म ते चलना चाहिए। सो गुर बिखे न पयत कोई, संत कर्म ते बृपे सोए। ਇਹ ਗੁਰੂ ਗੋਬਿੰਦ ਸਿੰਘ ਦੇ ਵਿੱਚ ਤਾਂ ਕੋਈ ਸਤਕਰਮ ਦਿਸਦਾ ਹੀ ਨਹੀਂਗਾ, ਕੋਈ ਸੰਤਾਂ ਵਾਲਾ ਸੁਭਾਅ ਨਹੀਂ ਹੈ ਇਹਨਾਂ ਦੇ ਵਿੱਚ, ਉਲਟ ਹਨ ਸੰਤਾਂ ਤੋਂ। गर्भ पंच सै मैं अभियाना, किमें अर्पो मैं जोग न जाना। ਔਰ ਮੈਂ 500 ਰੁਪਈਆ ਭੇਟਾ ਕਰਨ ਵਾਸਤੇ ਲੈ ਕੇ ਆਇਆ, ਮੈਂ ਇਹਨਾਂ ਨੂੰ ਕਿਵੇਂ ਗੁਰੂ ਬਣਾਵਾਂ। ਪਰ ਉਹਦਾ ਮਨ ਇੱਥੇ ਆ ਕੇ ਮੁੱਕਰ ਗਿਆ, ਕਹਿੰਦਾ ਵੀ ਮੈਂ ਤਾਂ ਇਹਨਾਂ ਦਾ ਸੇਵਕ ਨਹੀਂ ਬਣਦਾ, ਇਹ ਤਾਂ ਮਾਸ ਖਾਂਦੇ ਹਨ। ਰੀਤ ਗੁਰੂ ਕੀ ਗੁਰ ਮੈਂ ਨਾਹੀ, ਹਿੰਸਾ ਨਿਰਦੇਤਾ ਜਨ ਮਾਹੀ। ਜਿਹਦੇ ਵਿੱਚ ਹਿੰਸਾ ਜੀਵਾਂ ਨੂੰ ਮਾਰਨਾ ਨਿਰਦਇਤਾ ਹੈ। ਕੀ ਨਿਰਦਇਤਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਜੀ ਔਰੰਗਜ਼ੇਬ ਨੂੰ ਰੋਕਣ ਵਾਸਤੇ ਗਏ, ਔਰ ਔਰੰਗਜ਼ੇਬ ਨੇ ਉੱਥੇ ਫਿਰ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ। ਕੀ ਉਸ ਦੀ ਇਹ ਦਇਆ ਸੀਗੀ? ਸਤਿਗੁਰਾਂ ਨੇ ਦਇਆ ਕੀਤੀ ਹੈ ਹਿੰਦੂ ਧਰਮ ਦੇ ਉੱਤੇ। ਇਹਨਾਂ ਨੂੰ ਬਚਾਉਣ ਵਾਸਤੇ ਔਰੰਗਜ਼ੇਬ ਨੂੰ ਰੋਕਣਾ ਕੀਤਾ ਹੈ। ਔਰੰਗਜ਼ੇਬ ਨੇ 10ਵੇਂ ਪਾਤਸ਼ਾਹ ਜੀ ਦੇ ਪਿਤਾ ਸਾਡੇ ਦਾਦੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਹੈ। ਤੇ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਫਿਰ ਜਦੋਂ ਕੋਈ ਹੱਥ ਬੰਨਿਆ ਨਾ ਮੰਨੇ, ਮੂੰਹ ਨਾਲ ਸਮਝਾਇਆ ਨਾ ਮੰਨੇ, ਤੇ ਫਿਰ ਉਦੋਂ ਸ਼ਾਸਤਰ ਚੱਕਣਾ ਵੀ ਜਾਇਜ਼ ਹੀ ਹੋ ਜਾਂਦਾ। ਫਿਰ 10ਵੇਂ ਪਾਤਸ਼ਾਹ ਨੇ ਤਲਵਾਰ ਚੱਕੀ ਆ। ਪਹਿਲਾਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤਵੀ ਤੇ ਬਿਠਾ ਕੇ, ਉਹਨਾਂ ਨੇ ਸਹਿਜ ਸੁਭਾਅ ਸ਼ਹੀਦੀ ਦੇ ਦਿੱਤੀ ਆ। ਫਿਰ 6ਵੇਂ ਪਾਤਸ਼ਾਹ ਨੂੰ ਤਲਵਾਰ ਚੱਕਣੀ ਪਈ, ਔਰ 4 ਜੰਗਾਂ ਉਹਨਾਂ ਦੀਆਂ ਜਿਹੜੀਆਂ ਸ਼ਾਹਜਹਾਂ ਨਾਲ ਹੋਈਆਂ। ਔਰ 7ਵੇਂ ਪਾਤਸ਼ਾਹ ਨੂੰ ਕਹਿੰਦੇ ਪੁੱਤਰ ਤੂੰ ਜੰਗ ਨਹੀਂ ਕਰਨੀ, ਤੂੰ ਆਰਾਮ ਨਾਲ ਪਿਆਰ ਨਾਲ ਪ੍ਰਚਾਰ ਕਰਨਾ। ਹਾਂ 2200 ਘੋੜ ਸਵਾਰ ਫੌਜ ਆਪਣੇ ਨਾਲ ਰੱਖਣੀ ਆ, ਫੌਜ ਖਤਮ ਨਹੀਂ ਕਰਨੀ, ਔਰ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਜਾਣਾ। ਜਿਹੜਾ ਤੇਰੇ ਤੇ ਚੜ੍ਹਾਈ ਕਰਕੇ ਆਵੇਗਾ ਉਹ ਰਾਹ 'ਚ ਹੀ ਮਾਰਿਆ ਜਾਵੇਗਾ। ਔਰ ਸ਼ਾਹਜਹਾਂ ਨੇ ਸਤਿਗੁਰਾਂ ਦੇ ਉੱਪਰ ਚੜ੍ਹਾਈ ਕਰਕੇ ਆਪਣੀ ਫੌਜ 2-3 ਵਾਰੀ ਭੇਜੀ, ਤੇ ਰਸਤੇ ਵਿੱਚ ਹੀ ਉਹ ਰੁਕਦੇ ਰਹੇ, ਖਤਮ ਹੁੰਦੇ ਰਹੇ। ਕੋ ਸਤਨਾਮ। ਤਾਂ 6ਵੇਂ ਪਾਤਸ਼ਾਹ ਜੀ ਤੋਂ ਬਾਅਦ 7ਵੇਂ ਨੇ ਆਰਾਮ ਨਾਲ ਪ੍ਰਚਾਰ ਕੀਤਾ, 8ਵੇਂ ਨੇ ਆਰਾਮ ਨਾਲ ਕੀਤਾ, ਔਰ 9ਵੇਂ ਨੇ ਆਰਾਮ ਨਾਲ ਕੀਤਾ। ਪਰ ਜਦ 9ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਤੇ ਫਿਰ ਕੀ ਤਲਵਾਰ ਚੱਕਣੀ ਨਜਾਇਜ਼ ਹੋ ਗਈ। ਕੋ ਸਤਨਾਮ। ਇਸ ਕਰਕੇ ਜ਼ੁਲਮ ਨੂੰ ਝੱਲਣਾ ਵੀ ਚੰਗਾ ਨਹੀਂ ਹੈ। ਕਹਿਣ ਲੱਗਿਆ ਮੈਂ 500 ਰੁਪਈਆ ਲੈ ਕੇ ਆਇਆ, ਕਿਵੇਂ ਮੱਥਾ ਟੇਕਾਂ ਜੀ। ਗਮ ਨਾ ਹੋਏ ਪ੍ਰਾਂਤ ਜਿਸ ਬੇਰੇ, ਸਿੱਖੀ ਲਿਓ ਵੈਸ਼ਨੋ ਕੇਰੇ। ਆਪਾਂ ਤੇ ਕਿਸੇ ਵੈਸ਼ਨੂ ਸਾਧ ਦੇ ਚੇਲੇ ਬਣਾਂਗੇ। ਦਿਨ ਚੜ ਗਿਆ ਤੇ ਆਪਾਂ ਇੱਥੋਂ ਚਲੇ ਜਾਣਾ ਹੈ ਜੀ। ਮਾਹਿਆ ਮਿਕ ਕੋ ਬਰਜਨਤਾ, ਭਲੀ ਬਾਰਤਾ ਪਈਤ ਜਹਾਂ। ਔਰ ਜਿਸ ਵੇਲੇ ਇਹ ਗੱਲਬਾਤ ਚੱਲੀ ਆ ਉੱਥੇ ਮਦ ਆਮਹ ਕੋ ਵਰਜਨ ਤਾਹਾਂ, ਭਾਈ ਜਿਹੜੇ ਸਾਧੂ ਹੁੰਦੇ ਐ ਉਹ ਲੋਕਾਂ ਨੂੰ ਸ਼ਰਾਬ ਪੀਣ ਤੋਂ, ਮਾਸ ਖਾਣ ਤੋਂ ਵਰਜਦੇ ਹਨ। ਉੱਥੇ ਚੰਗੀ ਗੱਲ ਹੈ, ਪਰ ਇੱਥੇ ਤਾਂ ਯਾਰ ਖਾਈ ਜਾਂਦੇ ਆ ਬਣਾ ਬਣਾ ਕੇ। ਗਏ ਰਜਤ ਪਣ ਸੋ ਮਮ ਬਾਪ, ਇਨਕੋ ਗੁਰ ਕਰ ਸਿੱਖ ਪਾ ਆਪ। ਔਰ ਮੇਰੇ ਬਾਪੂ ਨੇ 500 ਰੁਪਈਆ ਦਿੱਤਾ ਸੀਗਾ, 100 ਰੁਪਈਆ ਮੈਂ ਵੀ ਮੱਥਾ ਟੇਕਣਾ ਸੀਗਾ। ਮੈਂ ਇਹਨਾਂ ਨੂੰ ਅੱਜ ਗੁਰੂ ਬਣਾਉਣ ਆਇਆ ਸੀ ਆਪਣਾ। ਗਰਭ ਪੰਚ ਸੈ ਲੈ ਇਹ ਮੋਰਾ, 1000 ਮੈਂ ਦੇ ਤੋ ਔਰ। ਕਹਿਣ ਲੱਗਿਆ ਜੇ ਕਿਤੇ ਇਹ ਵੈਸ਼ਨੂ ਹੁੰਦੇ,
500 ਤਾਂ ਮੈਂ ਉਹ ਦਿੰਦਾ ਤੇ ਮੈਂ 1000 ਕੋਲੋਂ ਵੀ ਮੱਥਾ ਟੇਕ ਦਿੰਦਾ, ਪਰ ਇਹ ਤਾਂ ਵੈਸ਼ਨੋ ਨਹੀਂ ਹੈਗੇ। ਕਹਾ ਕਰੋ ਪਰ ਗੁਰੂ ਨਾ ਪਾਇਓ, ਕਿਰਿਆ ਧਰਮ ਸ਼ੁਭ ਜਾਹੇ ਕਮਾਇਓ। ਇਹਨਾਂ ਵਿੱਚ ਤਾਂ ਗੁਰੂਆਂ ਵਾਲੇ ਗੁਣ ਹੀ ਹੈ ਨਹੀਂਗੇ, ਇਹ ਸੰਸਾਰ ਨੂੰ ਨਹੀਂ ਪਤਾ। अब की कहूँ न जब की, अगर न होते गुरु गोबिंद सिंह सुन्नत होती सब की। इत्थे हिंदू मत भाली नहीं लभनी सी, ना कोई मंदिर लभना सीगा। इत्थे गुरु प्यारो फिर नवाजा ते उची उची जड़ियां ये करते हैं चीका उची बोल बोल के अल्लाहू अकबर आदि, फिर सारे संसार विच ओही होना सी। अगर गुरु गोबिंद सिंह जी आके अपना परिवार ना वारदे, सरवंश ना वारदे, इन्हां दुष्टां दा मुकाबला ना करदे, इन्हां नूं रोकदे ना। और बड़ी सुंदर गल कही है, मैं हुण दी नहीं कहंदा, पहलां वाले नहीं कहंदा, मैं उदों दी गल करदा। अज गुरु गोबिंद सिंह जी अगर ना अपने कारज करदे, आके तलवार ना चकदे, ते असी सारे इत्थे लभणे नहीं सी भाले, इत्थे कुछ होर ही होना सी। बांगां देणियां सी, नवाजां होणीਆਂ सी, क्योंकि उन्होंने तो सब नूं एक वाढियों मुसलमान बनाउणा शुरू किया होया सी। और कश्मीर दे विच जिहड़े सन पढ़े लिखे पंडित रहिंदे सन, इस करके औरंगजेब ने पहला कश्मीर तो शुरू किया सीगा भी जिहड़े कश्मीर दे पढ़े लिखे पंडित ब्राह्मण है ना, पहला उन्हां नूं मुसलमान बनाओ, फिर अगे तो अगे आपे ही पिंडां वाले बनते जाणगे। ते रोज़ का 1.25 मन पक्का जनेऊ ला के, गिनती गुनती तो टप गई परे, धागा 5-7 रत्तियां वाला हुंदा है, जां एक आने भरदा होवेगा। आ जनेऊ वाला धागा कच्चा जिहड़ा जनेऊ पाउंदे है हिंदू मत दे लोक, आने भरदा भी होया ते 16 आनियां दा 1 तोला हुंदा सीगा, ते 80 तोलियां दा 85 तोलियां दा 1 किलो हुंदा सीगा। ते फिर हिसाब ला लो बई 1.25 मन पक्की रिपोर्ट आथण नूं जांदी सी सारे सूबियां चों। साडे सूबे दे विच इन्ने जनेऊ ला दिते जी, पाईया ला ते तुसीं, असीं 2 किलो ला ते, असीं 5 किलो ला ते। इन्ने बंदियां नूं जां तां मुसलमान बनाया जांदा सीगा जां मार दिता जांदा सीगा। हिंदू मत नूं खत्म करन ते तुलिया होया सी औरंगा को सतनाम सी। ते शामां नूं उस दे कोल रिपोर्ट जांदी शामां तक बई 1.25 मन पक्का वजन हो गया, टोटल सारे सूबियां दे लोकां नूं खत्म करके जां मुसलमान बना के फिर वो रोटी खांदा सी औरंगजेब को सतनाम सी। ध्यान दिओ, ये गुरु गोबिंद सिंह जी की कृपा नाल ही आ सारी फुलवाड़ी परमेश्वर दी। बंग के बंगाली है कि दिल्ली के दिलवाली है, सब तेरी आज्ञा में चलता है। मानस की जात सब है एक के पहचान वो, करता करीम सोई राज के रहीम होई, दूसरों ना भेज कोई भूल पर मान वो। असी करता पुरख कहने आ, मुसलमान करीम कहते हैं, और हिंदू जेड़े हन ਉਹ रोजी देने वाला कहते हैं। इस करके ये बोलियां का फर्क है, कोई उर्दू बोलता, कोई हिंदी बोलता, कोई पंजाबी बोलता, कोई मराठी बोलता, कोई बंगाली बोलता है। असल में सारे आपां इक्को ही परमेश्वर दे पुत्र हाँ को सतनाम। बंग के बंगाली हैं कि दिल्ली के दिलवाली हैं, ये सारे ਉਹਦੇ हुक्म तो बगैर नहीं चल रहे, सब तेरी आज्ञा में चलता है। मेरे प्रीतम जी कहते सारी रात ऐसी दुचित्ती दे विच हर गोपाल दी बतीत हुई है। आपां दिन चढ़दे नाल तुर जाना ते मुड़ के आपां किते होर गुरु धारण करांगे वैष्णो, आपां नहीं गुरु गोबिंद सिंह दे सिख बनना। प्रभात गुरु डिग गयो, मस्तक टेकत पग पर पयो। और तड़के तुरन तो पहला है गुरु गोबिंद सिंह जी कोल आ गया एक बारी दीवान सजे दे विच, इन्हें मत्था टेकिया चरना ते बैठे उस मुख और समुदाय, दवै बोतल प्रभ तब मगवाए। और गुरु प्यारिओ उस वेले सतगुरां दे कोल होर भी सिख संगतां बैठियां हन। सतगुरां ने उत्थे कहंदे 2 बोतलां मंगवाइयां हन। श्री मुख ते मबाक अलायो, हर गोपाल को भले सुनायो। और धन गुरु गोबिंद सिंह जी हुण फिर हर गोपाल दा भरम कढण दी कोशिश करदे आ कि इहदे दिमाग चों भरम निकल जावे, शंका निकल जावे। हर गोपाल नूं सुनाउंदे होए सब सिखो सुनिए चित लाए, मन के स्वाद जितक समुदाए। कहन लगे सिखो जिन्ने भी दुनिया विच मन दे स्वाद हन, तेरे निकट सुन बोले सोए, स्वाद सकल जिवा के होए। ये स्वाद जीव दे हन, आत्मा दे नहीं। स्वाद कर्म के चित कहे, के चित कहे जीव के अहै। कोई कहंदा जी जीव दे स्वाद हन, कोई कहंदा ए कर्मा
ਧਰਮਾਂ ਦੇ ਸਵਾਦ ਹਨ, ਕੋਈ ਕਹਿੰਦਾ ਹੈ ਜੀਵ ਦੇ ਸਵਾਦ ਹਨ। ਆਖੋ ਕੋ ਸੁਭਾਉ ਕੋ ਹੋਏ, ਕੋ ਕਹਿ ਧਰਮ ਦੇ ਕੋ ਜੋਏ। ਔਰ ਕੋਈ ਕਹਿੰਦਾ ਸੁਭਾਅ ਦੇ ਸਵਾਦ ਹਨ, ਜਿਹੋ ਜਿਹਾ ਸੁਭਾਅ ਉਹੋ ਜਿਹਾ ਅਗਲਾ ਸਵਾਦ ਲੈਂਦਾ ਹੈ। ਕੋਈ ਕਹਿੰਦਾ ਆਪੋ ਆਪਣੇ ਧਰਮਾਂ ਦੇ ਸਵਾਦ ਹਨ। ਹਰਿ ਗੋਪਾਲ ਬਨੀਆ ਸਿੱਖ ਕਹੈ, ਸਵਾਦ ਸਿਦਕ ਜੀਵੇ ਕੋ ਹੈ। ਔਰ ਆਪਣੇ ਹਰਗੋਪਾਲ ਆਇਆ ਬਾਣੀਆਂ, ਇਹ ਕਹਿੰਦਾ ਵੀ ਸਿਦਕ ਦਾ ਸਵਾਲ ਹੈ। ਤਿਸ ਤੇ ਸੁਨ ਗੁਰ ਕਹਿ ਤਿਸ ਬੇਰਾ, ਪਿਤਾ ਬਿਸੰਬਰ ਦਾਸ ਸੋ ਤੇਰਾ। ਔਰ ਇਹਨੇ ਹਜੇ ਦੱਸਿਆ ਨਹੀਂਗਾ ਮੈਂ ਕੌਣ ਆ, ਕਿੱਥੋਂ ਆਇਆ। ਗੁਰੂ ਸਾਹਿਬ ਸਭ ਜਾਣਦੇ ਆ। ਕਹਿਣ ਲੱਗੇ ਗੱਲ ਸੁਣ ਹਰਗੋਪਾਲ, ਤੇਰਾ ਪਿਤਾ ਬਿਸ਼ੰਬਰ ਦਾਸ ਜੋ ਹੈ। ਸੁਣ ਸਿੱਖਾ ਸਿੱਖ ਸਿਦਕੀ ਸੋਏ, ਕਹੋ ਤਿਸ ਸੰਗ ਮਿਲਣ ਜਬ ਹੋਏ। ਕਹਿਣ ਲੱਗੇ ਜਦੋਂ ਤੂੰ ਆਪਣੇ ਪਿਤਾ ਨੂੰ ਮਿਲੇਗਾ ਨਾ, ਉਦੋਂ ਸਿਰਕ ਦਾ ਗਿਆਨ ਨਹੀਂ ਉਹਦੇ ਕੋਲੋਂ। ਸ਼੍ਰੀ ਗੁਰੂ ਹੁਕਮ ਜੋ ਭਾਵ ਕਾ, ਦਿਓ ਸੋ ਤੇਰੇ ਪਾਸ। ਔਰ ਗੁਰੂ ਪਿਆਰਿਓ, ਜਿਸ ਵੇਲੇ ਇਸ ਨੂੰ ਗੁਰੂ ਸਾਹਿਬ ਦਾ ਹੁਕਮ ਮਿਲਿਆ ਸੀ, ਕਹਿੰਦੇ ਇਸ ਨੂੰ ਕਿਹਾ ਤੂੰ ਆਪਣੇ ਪਿਤਾ ਨੂੰ ਜਾ ਕੇ ਪੁੱਛੀ ਬਿਸ਼ੰਬਰ ਦਾਸ ਨੂੰ ਸਿਦਕ ਕੀ ਹੁੰਦਾ ਹੈ। ਇਸ ਕੋ ਲੀਨੋ ਹਮ ਅਬੈ, ਕਰੋ ਨਾ ਕੈਸੇ ਆਸ। ਕਹਿਣ ਲੱਗੇ ਉਸ ਨੂੰ ਅਸੀਂ ਹੁਣ ਪ੍ਰਾਪਤ ਕਰਨਾ ਹੈ, ਉਸ ਦੀ ਮੈਂ ਕਿਵੇਂ ਆਸ ਕਰ ਸਕਦਾ ਹਾਂ। ਹਰਿ ਗੋਪਾਲ ਸੁਨ ਕਾਨ ਬਖਾਨਾ, ਪ੍ਰਭ ਜੀ ਮੈਂ ਕਿਛ ਸਮਝ ਨਾ ਜਾਣਾ। ਹਰਗੋਪਾਲ ਕਹਿਣ ਲੱਗਿਆ ਮਹਾਰਾਜ ਜੀ ਕੀ ਕਿਹਾ, ਸਮਾਰ ਕੇ ਸਮਝਾਓ, ਮੈਨੂੰ ਸਮਝ ਨਹੀਂ ਆਈ। ਮੈਂ ਵੀ ਸਿੱਖ ਹੋ ਰਾਵਰ ਕੇਰਾ, ਸਮਝਾਵਨ ਕੀਜੇ ਪੁਨ ਫੇਰਾ। ਔਰ ਇਹਦੇ ਮੁਖ ਤੋਂ ਨਿਕਲ ਗਿਆ, ਕਹਿੰਦਾ ਮੈਂ ਵੀ ਤੁਹਾਡਾ ਸਿੱਖ ਹਾਂ, ਪਰ ਸਿੱਖ ਬਣਨ ਨੂੰ ਤਿਆਰ ਨਹੀਂ ਹੋ। ਅੱਜ ਬੈਠੇ ਬੈਠੇ ਮੂੰਹ ਚੋਂ ਕਹਿ ਤਾਂ ਬੈਠਾ, ਕਹਿੰਦਾ ਮੈਂ ਵੀ ਤੁਹਾਡਾ ਸਿੱਖ ਹਾਂ, ਦੁਬਾਰੇ ਸਮਝਾਓ। ਸੁਣ ਕਰ ਸ੍ਰੀ ਮੁਖ ਤੇ ਮੁਸਕਾਏ, ਤਰਕ ਕਰਤ ਬੋਲੇ ਸਮਝਾਏ। ਜਦੋਂ ਇਹ ਕਿਹਾ ਮੈਂ ਵੀ ਤੁਹਾਡਾ ਸਿੱਖ ਹਾਂ, ਪਾਤਸ਼ਾਹ ਇਹਦੇ ਬਚਨ ਤੇ ਤਰਕ ਕਰਦੇ ਹੋਏ ਕੀ ਕਹਿੰਦੇ, ਹਮਰੀ ਸਿੱਖੀ ਤੇ ਕਬ ਪਾਏ, ਦਾਸ ਵੈਸ਼ਨੂ ਕਾ ਤੁਮ ਪਾਏ। ਤੂੰ ਸਾਡੀ ਸਿੱਖੀ ਕਦੋਂ ਧਾਰਨ ਕੀਤੀ ਹੈ, ਤੂੰ ਤਾਂ ਵੈਸ਼ਨੂਆਂ ਦਾ ਚੇਲਾ ਬਣਿਆ ਫਿਰਦਾ। ਕਿਉਂਕਿ ਮਨ ਕਰਕੇ ਤਾਂ ਪਾਤਸ਼ਾਹ ਨੇ ਇਹਦਾ ਮਨ ਫੜ ਲਿਆ ਨਾ, ਮਨ ਬੁੱਝ ਲਿਆ ਵੀ ਇਹ ਕੀ ਗੱਲਾਂ ਕਰਦਾ ਫਿਰਦਾ। ਮੈਂ ਤਾਂ ਕਿਸੇ ਵੈਸ਼ਨੂ ਦਾ ਸਿੱਖ ਬਣਨਾ ਸੀਗਾ, ਕਿੱਥੇ ਮੈਂ ਆ ਗਿਆ। ਇਹ ਤਾਂ ਮਾਸ ਖਾਂਦੇ ਆਦਿ ਆਦਿ। ਤਾਂ ਗੁਰੂ ਪਿਆਰਿਓ, ਪਾਤਸ਼ਾਹ ਕਹਿਣ ਲੱਗੇ ਤੂੰ ਸਾਡਾ ਸਿੱਖ ਕਦੋਂ ਬਣਿਆ ਬਈ, ਤੂੰ ਤਾਂ ਵੈਸ਼ਨੂ ਸਾਧਾਂ ਦਾ ਚੇਲਾ ਹੈ। ਫਿਰਿਆ ਬਾਨ ਕੋ ਖੋਜਨ ਕਰੀਏ, ਤਿਸ ਉਪਦੇਸ਼ ਹਿਰਦੇ ਨਿਜ ਧਰੀਏ। ਜਾ ਕੋਈ ਵੈਸ਼ਨੂ ਸਾਧ ਲੱਭ ਲੈ, ਉਹਦਾ ਉਪਦੇਸ਼ ਲੈ ਲੈ ਜਾ ਕੇ। ਜੋ ਹਮਨੇ ਅਬ ਦੀਨ ਸਨੇਹਾ, ਸਮਝੇ ਤੇਰੋ ਪਿਤ ਹੈ ਵਿਜੇਹਾ। ਔਰ ਜਿਹੜਾ ਮੈਂ ਸਨੇਹਾ ਤੈਨੂੰ ਦਿੱਤਾ ਨਾ, ਇਹ ਸਨੇਹਾ ਜਾ ਕੇ ਆਪਦੇ ਪਿਤਾ ਨੂੰ ਸੁਣਾ ਦੀ, ਉਹ ਸਮਝੇਗਾ, ਤੈਨੂੰ ਨਹੀਂ ਸਮਝ ਆਉਣੀ। ਹਰਿ ਗੋਪਾਲ ਬਨਿਆ ਤਤਕਾਲਾ, ਪਦਰ ਬੰਦਨ ਪਰਤਰ ਭਾਲਾ। ਔਰ ਹੁਣ ਹਰਗੋਪਾਲ ਨੂੰ ਸਮਝ ਆ ਗਈ ਕਿ ਇਹ ਤਾਂ ਅੰਤਰਜਾਮੀ ਵੀ ਹੈ ਯਾਰ, ਇਹਨਾਂ ਦੀ ਸ਼ਕਤੀ ਤਾਂ ਬੜੀ ਹੈ। ਇਹ ਬਾਹਰੀ ਕਿਰਿਆ ਵੇਖ ਕੇ ਮੈਂ ਭਰਮ ਗਿਆ, ਪਰ ਅੰਦਰੂਨੀ ਤਾਕਤ ਦਾ ਮੈਨੂੰ ਨਹੀਂ ਪਤਾ। ਤਾਂ ਹਰਗੋਪਾਲ ਜਿਹੜਾ ਸੀਗਾ ਲੜਕਾ ਬਿਸ਼ੰਬਰ ਦਾਸ ਦਾ, ਇਹ ਸਤਿਗੁਰਾਂ ਦੇ ਪੈਰੀਂ ਪੈ ਗਿਆ ਹੈ ਜੀ। ਸ੍ਰੀ ਸਤਿਗੁਰ ਸਾਚੇ ਪਾਤਸ਼ਾਹੋ, ਰੱਖੋ ਰੱਖੋ ਨਿਜ ਚਰਨਨ ਮਾਹੋ। ਹੁਣ ਮੰਗਦਾ ਸਿੱਖੀ, ਤੇ ਵਾਕਿਆ ਹੀ ਗੁਰੂ ਵੀ ਐਨੇ ਸੌਖੇ ਨਹੀਂ ਆ, ਸਿੱਖੀ ਮਿਲਦੀ ਨਹੀਂ ਐਨੀ ਸੌਖੀ। ਪਹਿਲਾਂ ਤਾਂ ਤਰਕ ਕਰਦਾ ਸੀਗਾ, ਹੁਣ ਇਹ ਤਰਕ ਸਾਰਾ ਕੱਢ ਦਿੱਤਾ ਹੈ, ਭਰਮ ਕੱਢ ਦਿੱਤਾ ਹੈ। ਤੇ ਪਾਤਸ਼ਾਹ ਜੀ ਕਹਿਣ ਲੱਗੇ ਗੱਲ ਸੁਣ, ਤੂੰ ਆਪਣੇ ਬਾਪੂ ਨੂੰ ਜਾ ਕੇ ਪੁੱਛਦੇ, ਕੋਈ ਲੱਭ ਲਈ ਵੈਸ਼ਨੂ ਸਾਧ, ਉਹਦਾ ਚੇਲਾ ਬਣ ਜਾਈ, ਸਾਨੂੰ ਤੇਰੀ ਸਿੱਖੀ ਦੀ ਲੋੜ ਨਹੀਂ ਹੈ। ਕਹਿੰਦਾ ਨਹੀਂ ਮਹਾਰਾਜ ਗਲਤੀ ਹੋ ਗਈ, ਮੈਨੂੰ ਆਪਣੇ ਚਰਨਾਂ ਵਿੱਚ ਰੱਖੋ ਜੀ। ਮੈਂ ਚੋਰ ਮੂਰਖ ਮਨ ਮੇਰਾ, ਮਹਿਮਾ ਮੇ ਨਾ ਲਖੀ ਤਿਸ ਬੇਰਾ। ਮਹਾਰਾਜ ਮੇਰਾ ਮਨ ਮੂਰਖ ਹੈ, ਮੈਂ ਤੁਹਾਡੀ ਮਹਿਮਾ ਨੂੰ ਸਮਝ ਨਹੀਂ ਸਕਿਆ, ਮੈਂ ਆਪ ਤੇ ਤਰਕ ਕਰ ਬੈਠਾ ਜੀ। ਪੀਠ ਠੋਕ ਕਰ ਸਤਿਗੁਰ ਕਹਿਓ, ਹਮਰੇ ਹਰਖ ਦਵੈਖ ਨ ਰਹਿਓ। ਪਾਤਸ਼ਾਹ ਕਹਿੰਦੇ ਅਸੀਂ ਕਿਸੇ ਨਾਲ ਈਰਖਾ ਨਹੀਂ ਕਰਦੇ, ਅਸੀਂ ਖੁਸ਼ੀ ਗਮੀ ਤੋਂ ਪਰੇ ਹਾਂ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ। ਤੇ ਨਾਲ ਹੀ ਪਾਤਸ਼ਾਹ ਜੀ ਨੇ ਉਸ ਦੇ ਪਿੱਠ ਤੇ ਭਾਵ ਮੋਢੇ ਤੇ ਥਾਪੇ ਦਿੱਤੇ ਹੈ। ਅਬ ਤੋ ਬਖਸ਼ੋ ਉਠ ਪਗ ਛੋਰ, ਸੁਣ ਬੈਠਿਓ ਲਖ ਆਪਣੇ ਖੋਰ। ਆ ਤੂੰ ਆਪਣੀ ਗਲਤੀ ਮੰਗ ਲਈ ਹੈ ਨਾ, ਖੋਰ ਹੁੰਦੀ ਹੈ ਅੰਦਰ, ਖੋਰ ਈਰਖਾ ਰੱਖਣੀ। ਕਹੋ ਸਤਿਨਾਮ। ਤੂੰ ਆਪਣੀ ਗਲਤੀ ਮੰਨ ਲਈ ਹੈ, ਤੇਰੀ ਗਲਤੀ ਚੱਲ ਮਾਫ ਕਰ ਦਿੰਨੇ ਆ, ਖੜਾ ਹੋ। ਹੁਣ ਆਨੰਦਪੁਰ ਬਸਿਓ ਮਹੀਨਾ, ਦਰਸ਼ਨ ਕਰਤ ਰਹਿਓ ਸੁਖ ਲੀਨਾ। ਉਸ ਤੋਂ ਬਾਅਦ ਗੁਰੂ ਦਾ ਮੰਤਰ ਵੀ ਲਿਆ ਇਸਨੇ, ਤੇ 1 ਮਹੀਨਾ ਇਹਨੇ ਆਨੰਦਪੁਰ ਰਹਿ ਕੇ ਸੇਵਾ ਵੀ ਕੀਤੀ, ਤੇ ਗੁਰੂ ਦੀ ਐਕਟੀਵਿਟੀ ਵੀ ਸਾਰੀ ਦੇਖਦਾ ਰਿਹਾ। ਹੁਣ ਇਹਦਾ ਜੀ ਲੱਗ ਗਿਆ। ਚੱਲਣ ਲੱਗਿਓ ਪ੍ਰਸਾਦ ਗੁਰ ਦਿਓ, ਆਪ ਖਾਓ ਕਰ ਦਿਓ ਜੋ ਲਿਓ। ਔਰ ਫਿਰ ਮਹੀਨੇ ਕੁ
ਬਾਅਦ ਇਹ ਆਗਿਆ ਮੰਗਦਾ ਜਾਣ ਦੀ। ਪਾਤਸ਼ਾਹ ਕਹਿੰਦੇ ਚਲਿਆ ਜਾ, ਆ ਪ੍ਰਸ਼ਾਦ ਲੈ ਜਾ, ਤੂੰ ਵੀ ਛਕ ਲਈ, ਆਪਣੇ ਪਰਿਵਾਰ ਨੂੰ ਵੀ ਛਕਾ ਦੇ। ਬਖਸ਼ੋ ਸਰਬ ਲੋਕੋ ਕੜਾ, ਤੋਲੇ ਚਾਰ ਤੋਲ ਕੇ ਕੜਾ। ਇੱਕ ਸਤਿਗੁਰਾਂ ਨੇ ਕੜਾ ਦਿੱਤਾ ਉਸ ਨੂੰ ਸਰਬ ਲੋਹ ਦਾ, ਕਹਿੰਦੇ ਇਹਨੂੰ ਆਪਣੀ ਬਾਂਹ 'ਚ ਪਾ ਕੇ ਰੱਖੀ ਹਮੇਸ਼ਾ। ਇਹਦੇ ਕਾਮਨਾ ਜਬ ਕਬ ਹੋਏ, ਇਸ ਕੋ ਪੂਜੋ ਪੁਰਵ ਸੋਏ। ਔਰ ਇਸ ਕੜੇ ਨੂੰ ਨਮਸਕਾਰ ਕਰ ਦਿਆ ਕਰੀ। ਕੜਾ ਗੁਰੂ ਸਾਹਿਬ ਦਾ ਹੈ ਤਾਂ ਪੰਜੇ ਕਕਾਰ ਦੇਖ ਕੇ ਸਾਨੂੰ ਗੁਰੂ ਦੀ ਯਾਦ ਆਉਣੀ ਚਾਹੀਦੀ ਆ। ਕੋ ਸਤਨਾਮ। ਕੇਸ ਵਾਹੁੰਦਿਆਂ ਵੀ ਗੁਰੂ ਦੀ ਯਾਦ ਆਉਣੀ ਚਾਹੀਦੀ ਆ, ਗੁਰੂ ਨੇ ਬਖਸ਼ੇ ਆ। ਨਹੀਂ ਤਾਂ ਉਸ ਵੇਲੇ ਮੁਗਲਾਂ ਨੇ ਹੁਕਮ ਦੇਤਾ ਸੀਗਾ ਕਿ ਮੁਸਲਮਾਨਾਂ ਤੋਂ ਬਗੈਰ ਨਾ ਕੋਈ ਘੋੜੇ ਤੇ ਚੜ੍ਹ ਸਕਦਾ, ਨਾ ਕੋਈ ਪੱਗ ਬਣ ਸਕਦਾ, ਨਾ ਕੋਈ ਕੇਸ ਰੱਖ ਸਕਦਾ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਰਖਵਾਏ ਆ। ਕੋ ਸਤਨਾਮ। ਇਹ ਦਸਤਾਰ ਵੀ ਉਹਨਾਂ ਦਾ ਬਖਸ਼ਿਆ ਤਾਜ ਹੈ ਸਾਡੇ ਕੋਲ, ਜੋ ਬੰਦੇ ਨੂੰ ਬੰਨਣਾ ਚਾਹੀਦਾ। ਸਿਰ ਦੇ ਉੱਤੇ ਦਸਤਾਰ ਬੰਨ੍ਹਣੀ ਚਾਹੀਦੀ ਆ। ਦਸਤਾਰ ਬੰਨੀ ਹੋਵੇ, ਬਗਾਨੇ ਦੇਸ਼ ਵਿੱਚ ਵੀ ਤੁਹਾਨੂੰ ਅਗਲਾ ਸਰਦਾਰ ਜੀ ਕਹਿ ਕੇ ਬੁਲਾਵੇਗਾ। ਕੋ ਸਤਨਾਮ। ਜੇ ਨਹੀਂ ਵੀ ਜਾਣਦਾ ਜਿਹੜਾ, ਜੇ ਉਹਨੇ ਤੁਹਾਨੂੰ ਬੁਲਾਉਣਾ ਤੇ ਤੁਹਾਨੂੰ ਆਟੋਮੈਟਿਕ ਹੀ ਉਹ ਸਰਦਾਰ ਜੀ ਕਹਿ ਕੇ ਬੁਲਾਵੇਗਾ। ਔਰ ਇਹ ਸਰਦਾਰੀ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬੇਅੰਤ ਸ਼ਹੀਦੀਆਂ ਦੇ ਕੇ ਮਿਲੀ ਆ। ਕੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਪਾਤਸ਼ਾਹ ਕਹਿੰਦੇ ਕੜਾ ਹਮੇਸ਼ਾ ਪਾ ਕੇ ਰੱਖੀ, ਜਦੋਂ ਕੋਈ ਕੰਮ ਅੜ ਜਾਵੇ ਇਸ ਕੜੇ ਤੇ ਨਮਸਕਾਰ ਕਰੀ, ਤੈਨੂੰ ਮੈਂ ਯਾਦ ਆਵਾਂਗਾ, ਤੇਰਾ ਕੰਮ ਹੋ ਜਾਵੇਗਾ। ਕਸ਼ੀਸ਼ ਕੋ ਸੀਸ ਨਿਵਾਏ, ਦਰਬ 500 ਦਿਓ ਚੜਾਏ। ਉਹ ਇਸ ਨੇ ਉਹ ਮੱਥਾ ਟੇਕ ਦਿੱਤਾ 600 ਰੁਪਈਆ ਜਿਹੜਾ ਲੈ ਕੇ ਆਇਆ ਸੀ ਘਰੋਂ, 500 ਬਾਪੂ ਵਾਲਾ, 100 ਆਪਦੇ ਕੋਲੋਂ। ਤੇ ਇੱਕ ਪਾਤਸ਼ਾਹ ਨੇ ਇਸ ਨੂੰ ਬਚਨ ਵੀ ਦਿੱਤਾ ਸੀਗਾ, ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਕਹੋ ਸਤਨਾਮ। ਭਾਖਿਆ ਹੀ ਜਦੋਂ ਗੁਰੂ ਨੂੰ ਕੋਈ ਯਾਦ ਕਰਦਾ ਤੇ ਗੁਰੂ ਦਇਆ ਕਰਦਾ ਹੈ। ਜਿਸ ਤਰ੍ਹਾਂ ਇੱਕ ਛੋਟਾ ਜਿਹਾ ਵਿਚਾਰ ਇੱਥੇ ਮੈਂ ਸਾਂਝਾ ਕਰਾਂ ਆਪ ਜੀ ਨਾਲ। ਇੱਕ ਸਿੱਖ ਤੇ ਸਿੱਖ ਨੇ ਗੁਰੂ ਸਾਹਿਬ ਦੇ ਕੋਲ ਗਏ ਨੇ, ਬੇਨਤੀ ਕੀਤੀ ਪਾਤਸ਼ਾਹ ਸਾਡੇ ਬੱਚਾ ਨਹੀਂ ਹੋ ਰਿਹਾ, ਕਿਰਪਾ ਕਰੋ। ਔਰ ਪਾਤਸ਼ਾਹ ਜੀ ਬੈਠੇ ਬੈਠੇ ਹੱਸ ਕਹਿੰਦੇ ਭਾਈ ਤੁਹਾਡੇ ਤਾਂ ਭਾਗਾਂ ਵਿੱਚ ਬੱਚਾ ਹੈ ਹੀ ਨਹੀਂ। ਕਹਿੰਦੇ ਜੀ ਇਹ ਤਾਂ ਸਾਰੇ ਕਹਿੰਦੇ ਆ, ਤੁਸੀਂ ਕਿਰਪਾ ਕਰੋ। ਜਦੋਂ 2-3 ਵਾਰੀ ਕਿਹਾ ਤੇ ਪਾਤਸ਼ਾਹ ਦੇ ਕੋਲ ਇੱਕ ਲਿਖਾਰੀ ਬੈਠਾ ਸਾਈਡ ਤੇ, ਉਹਦੇ ਕੰਨੀ ਐਦਾਂ 2 ਉਂਗਲਾਂ ਕਰ ਦਿੱਤੀਆਂ। ਉਹਨੇ ਕਾਗਜ਼ ਤੇ ਆਪਣੀ ਕਿਤਾਬ ਤੇ ਲਿਖਤਾ ਵੀ ਗੁਰੂ ਸਾਹਿਬ ਨੇ 2 ਪੁੱਤਰਾਂ ਦੀ ਬਖਸ਼ਿਸ਼ ਕਰ ਦਿੱਤੀ ਹੈ। ਉਹਨਾਂ ਨੂੰ ਕਹਿੰਦੇ ਭਾਈ ਤੁਹਾਡੇ ਭਾਗਾਂ 'ਚ ਹੈ ਹੀ ਨਹੀਂ। ਘਰੇ ਮੁੜ ਆਏ। ਉਹ ਗਵਾਂਢਣ ਪੁੱਛਦੀ ਆ ਕੋਲੇ ਭੈਣੇ ਤੁਸੀਂ ਆਨੰਦਪੁਰੇ ਵਾਲੇ ਬਾਬੇ ਕੋਲੇ ਗਏ ਸੀਗੇ, ਫਿਰ ਕੀ ਬਣਿਆ? ਕੀ ਦੱਸੀਏ ਭੈਣੇ, ਆਨੰਦਪੁਰ ਵਾਲਾ ਬਾਬਾ ਵੀ ਕਹਿੰਦਾ ਵੀ ਤੁਹਾਡੇ ਭਾਗਾਂ 'ਚ ਹੈ ਨਹੀਂ। ਤੂੰ ਮੇਰੇ ਨਾਲ ਚੱਲੀ, ਕੱਲ ਨੂੰ ਆਪਾਂ ਉੱਥੇ ਚੱਲਾਂਗੇ। ਕਿੱਥੇ? ਮਲੇਰਕੋਟਲੇ। ਕਹੋ ਸਤਨਾਮ। ਉਹ ਲਾਲਾਂ ਵਾਲੇ ਦੇ ਚੱਲਾਂਗੇ। ਚੱਲ ਠੀਕ ਹੈ ਭੈਣੇ, ਉਹਦੇ ਨਾਲ ਕਿਤੇ ਚਲੀ ਗਈ। ਸਾਲ ਬਾਅਦ ਬੱਚੇ ਹੋਣੇ ਸੀ, 2 ਬੱਚੇ ਹੋ ਗਏ। ਕਹੋ ਸਤਨਾਮ। ਹੁਣ ਜਦੋਂ 2 ਬੱਚੇ ਸਾਲ ਬਾਅਦ ਇਕੱਠੇ ਜੋੜੇ ਉਹਨਾਂ ਦੇ ਘਰ 'ਚ ਹੋ ਗਏ ਨਾ, ਹੁਣ ਉਹ ਦੋਨਾਂ ਦੀ ਆਪਸ ਵਿੱਚ ਲੜਾਈ ਰਹਿਣ ਲੱਗੀ। ਗੁਰਸਿੱਖ ਤਾਂ ਕਹਿੰਦਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਉਹ ਕਹਿੰਦੀ ਨਹੀਂ ਲਾਲਾਂ ਵਾਲੇ ਨੇ ਦਿੱਤੇ ਆ। ਕਹੋ ਸਤਨਾਮ। ਦੋਨਾਂ ਦੀ ਲੜਾਈ ਰਹਿਣ ਲੱਗੀ ਘਰ 'ਚ। ਚੱਲਦੇ ਚੱਲਦੇ ਬੱਚੇ 4-5 ਸਾਲ ਦੇ ਹੋ ਗਏ। ਇੱਕ ਦਿਨ ਗੁਰਸਿੱਖ ਕਹਿਣ ਲੱਗਿਆ ਚੱਲ, ਕਹਿੰਦਾ ਪੋਹ ਸੱਦੇ ਸੁੱਤੀ ਨੇੜੇ ਆ, ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ, ਸਮਾਗਮ ਮਨਾ ਕੇ ਆਵਾਂਗੇ ਤੇ ਨਾਲੇ ਦਰਸ਼ਨ ਕਰਕੇ ਆਈ, ਨਾਲੇ ਬੱਚਿਆਂ ਨੂੰ ਦਰਸ਼ਨ ਕਰਾ ਲਈਏ। ਕਹਿੰਦੀ ਹਾਂ ਹਾਂ ਚੱਲਦੇ ਆ, ਨਾਲੇ ਮੈਂ ਪੁੱਛੂੰਗੀ ਜਾ ਕੇ ਬਾਬੇ ਨੂੰ ਵੀ ਆਹ ਹੁਣ 2 ਕਿਵੇਂ ਹੋ ਗਏ, ਤੁਸੀਂ ਕਹਿੰਦੇ ਸੀ ਭਾਗਾਂ 'ਚ ਲਿਖਿਆ ਹੀ ਨਹੀਂ। ਕਹੋ ਸਤਨਾਮ। ਚੱਲ ਪਏ। ਚਲਦਿਆਂ ਆਹੀ ਸਰਸਾ ਨਦੀ, ਇਹਨੂੰ ਪਾਰ ਕਰਨਾ ਹਜੇ। ਇਹਦੇ ਪਰਲੇ ਪਾਸੇ ਰਾਤ ਕੱਟੀ ਹੈ ਇਹਨਾਂ ਨੇ। ਜਦੋਂ ਤੜਕੇ ਦਿਨ ਚੜ੍ਹਿਆ ਤੇ ਉਹ ਗੁਰਸਿੱਖ ਕਹਿਣ ਲੱਗਿਆ ਮੈਂ ਇਸ਼ਨਾਨ ਕਰ ਆਵਾਂ ਨਦੀ ਤੇ ਤੂੰ ਜਿਹੜਾ ਹੈ ਭੱਜ ਕੇ ਆਪਣਾ ਸਮਾਨ ਸਮੂਨ ਇਕੱਠਾ ਕਰ ਲਾ। ਉਹ ਦੋਨੇ ਬੱਚਿਆਂ ਨੂੰ ਲੈ ਕੇ ਨਦੀ ਤੇ ਆ ਗਿਆ ਇਸ਼ਨਾਨ ਕਰਨ। ਤੇ ਜਦੋਂ ਪਾਣੀ ਦੇ ਵਿੱਚ ਕਿਨਾਰੇ ਤੇ ਵੜੇ ਤੇ ਦੋਨਾਂ ਬੱਚਿਆਂ ਦਾ ਹੱਥ ਛੱਡ ਕੇ ਨਹਾਉਣ ਤੋਂ ਪਹਿਲਾਂ ਇਹਨੇ ਫਤਿਹ ਬੁਲਾਈ, ਵੈ ਖਾਲਸਾ ਵੀ ਫਤਿਹ। ਪਰ ਉਧਰੋਂ ਐਸੀ ਛੱਲ ਆਈ ਤੇ ਉਹ ਦੋਨੇ ਬੱਚਿਆਂ ਨੂੰ ਰੋੜ ਕੇ ਲੈ ਗਈ। ਕਹੋ ਸਤਨਾਮ। ਇਹ ਤੋਂ ਨਾ ਫੜੇ ਗਏ, ਰੁੜ ਗਏ ਬੱਚੇ। ਇਹ ਵਾਪਸ ਆਇਆ, ਘਰਵਾਲੀ ਕਹਿੰਦੀ ਬੱਚੇ ਕਿੱਥੇ ਐ? ਕਹਿੰਦਾ ਬੱਚੇ ਨਦੀ 'ਚ ਰੁੜ ਗਏ। ਜਦੋਂ ਅਸੀਂ ਨਹਾਉਣ ਲੱਗੇ ਐਸੀ ਤਕੜੀ ਛੱਲ ਆਈ, ਦੋਨਾਂ ਬੱਚੇ ਰੋੜ ਕੇ ਲੈ ਗਈ। ਰੋਣ ਲੱਗੀ ਉਹਨੇ ਮਸਾ ਉਹਨੂੰ ਬਰਾਇਆ ਚਰਾਇਆ। ਕੋਈ ਗੱਲ ਨਹੀਂ, ਚੱਲਦੇ ਹਾਂ ਗੁਰੂ ਸਾਹਿਬ ਕੋਲੇ, ਦਰਸ਼ਨ ਤਾਂ ਕਰਾਂਗੇ। ਹੁਣ ਚੱਲ ਕੇ ਆਪਣੇ ਭਾਗਾਂ 'ਚ ਨਹੀਂ ਹੋਣੇ। ਗੁਰੂ ਸਾਹਿਬ ਨੇ ਸ਼ਾਇਦ ਤਾਂ ਹੀ ਕਿਹਾ ਹੋਵੇ ਵੀ ਤੁਹਾਡੇ ਭਾਗਾਂ 'ਚ ਭਾਈ ਹੈ ਹੀ ਨਹੀਂ 2 ਬੱਚੇ। ਜਿਵੇਂ ਕਿਵੇਂ ਕਰਕੇ ਉਹਨੂੰ ਗੁਰੂ ਸਾਹਿਬ ਦੇ ਕੋਲ ਲੈ ਗਿਆ। ਅੱਗੇ ਗੁਰੂ ਸਾਹਿਬ ਬੈਠੇ ਆ।
ਉੱਤੇ ਉਹਨਾਂ ਦੇ ਦੁਸ਼ਾਲਾ ਵੱਡੀ ਲੋਈ ਐਦਾਂ ਲਈ ਹੋਈ ਆ ਤੇ ਗੋਡੇ ਵਿੱਚੇ ਬੁੱਕਲ ਦੇ ਮਾਰੇ ਹੋਏ ਆ। ਕਹੋ ਸਤਨਾਮ। ਔਰ ਜਦੋਂ ਇਹਨਾਂ ਨੇ ਜਾ ਕੇ ਮੱਥਾ ਟੇਕਿਆ, ਪਾਤਸ਼ਾਹ ਕਹਿੰਦੇ ਬਈ ਆ ਗਏ? ਹਾਂ ਮਹਾਰਾਜ। ਨਮਸਕਾਰ ਕੀਤੀ, ਫਤਿਹ ਬੁਲਾਈ। ਕਿਵੇਂ ਉਦਾਸ ਜੀ ਕਿਉਂ ਹੈ? ਬਸ ਠੀਕ ਹੈ। ਮਹਾਰਾਜ ਕਹਿੰਦੇ ਤੁਹਾਡੇ ਬੱਚੇ ਸੀ 2, ਕਿੱਥੇ ਆ? ਕਹੋ ਸਤ। ਕਹਿੰਦੇ ਜੀ ਉਹ ਤਾਂ ਰੁੜ ਗਏ ਨਦੀ ਦੇ ਵਿੱਚ। ਐਂ ਕਿਵੇਂ ਰੁੜ ਗਏ? ਕਹਿੰਦੇ ਜੀ ਮੈਂ ਨਹਾਉਣ ਲੱਗਿਆ ਸੀਗਾ, ਜਦ ਫਤਿਹ ਬੁਲਾਈ ਉਹ ਰੁੜ ਗਏ। ਉਹਨਾਂ ਬੱਚਿਆਂ ਕਰਤਾ ਸਾਡੇ ਘਰੇ ਰੋਜ਼ ਲੜਾਈ ਰਹਿੰਦੀ ਸੀਗੀ। ਇਹ ਕਹਿੰਦੀ ਸੀ ਲਾਲਾਂ ਵਾਲਿਆਂ ਨੇ ਦਿੱਤੇ ਆ, ਮੈਂ ਕਹਿੰਦਾ ਸੀ ਨਹੀਂ ਹੈ ਗੁਰੂ ਸਾਹਿਬ ਦਾ ਕੋਈ ਚੋਜ ਆ, ਕਿਰਪਾ ਤਾਂ ਉਹਨਾਂ ਦੀ ਹੋਈ ਆ, ਲਾਲਾਂ ਵਾਲਾ ਉਹਨਾਂ ਤੋਂ ਵੱਡਾ ਨਹੀਂ ਹੋ ਸਕਦਾ। ਕਹੋ ਸਤਨਾਮ। ਤੇ ਫਿਰ ਕੀ ਮਹਾਰਾਜ? ਬਸ ਤੁਸੀਂ ਕਿਹਾ ਸੀ ਬਚਨ ਪੂਰਾ ਹੋ ਗਿਆ, ਰੁੜ ਗਏ। ਕਹਿੰਦੇ ਕਿਉਂ ਮਾਈ ਕਿਹਨੇ ਤੇ ਸੀ? ਕਹਿੰਦੇ ਜੀ ਕਿਸੇ ਦੀ ਹੋਏ, ਹੁਣ ਤਾਂ ਮਰ ਗਏ, ਰੁੜ ਗਏ, ਪਤਾ ਨਹੀਂ ਕਿੱਧਰ ਨੂੰ ਗਏ। ਬਾਬਾ ਜੀ ਕਹਿੰਦੇ ਜੇ ਹੁਣ ਦੁਬਾਰੇ ਮਿਲ ਜਾਣ ਫਿਰ ਕਿਹਦੇ ਹੋਏ? ਕਹਿੰਦੇ ਜੀ ਹੈ ਮਿਲ ਜਾਣਗੇ। ਕਹਿੰਦੇ ਜੇ ਮਿਲ ਜਾਣ ਫਿਰ ਕਿਹਦੇ ਹੋਏ? ਕਹਿੰਦੀ ਜਿਹੜਾ ਦੇਵੇ ਫਿਰ ਤਾਂ ਉਸੇ ਦੇ ਹੋਏ। ਤੇ ਪਾਤਸ਼ਾਹ ਰਿਸ਼ਾਲਾ ਚੱਕਿਆ, ਕਹਿੰਦੇ ਆਹੀ ਹੈ। ਕਹਿੰਦੀ ਤੁਹਾਡੇ ਕਿਵੇਂ ਕੋਲੇ ਕਿਵੇਂ ਪਹੁੰਚ ਗਏ? ਕਹਿੰਦੇ ਮੇਰੇ ਦਿੱਤੇ ਹੋਏ ਸੀਗੀ, ਮੇਰਿਆਂ ਦੀ ਮੈਨੂੰ ਲਾਜ ਹੈ। ਕਹੋ ਸਤਨਾਮ। ਜਦੋਂ ਉੱਥੋਂ ਬੱਚੇ ਰੁੜੇ ਤੇ ਮੈਂ ਉਸੇ ਵੇਲੇ ਇਸ ਦੀਵਾਨ ਚੋਂ ਘੋੜਾ ਭਜਾ ਕੇ ਗਿਆ ਤੇ ਅੱਗੋਂ ਜਾ ਕੇ ਰੁੜਦੇ ਬੱਚਿਆਂ ਨੂੰ ਦੋਨੋਂ ਫੜ ਕੇ ਲਿਆਂਦਾ। ਕਹੋ ਸਤਨਾਮ। ਹੁਣ ਦੱਸ ਕਿਹਦੇ ਹੈ? ਕਹਿੰਦੇ ਜੀ ਹੁਣ ਤਾਂ ਸੋਡੇ ਹੀ ਆ। ਕਹੋ ਸਤ। ਐਦੋਂ ਮੁੜ ਕੇ ਲੜੀ ਘਰੇ ਜਾ ਕੇ, ਕਿਸੇ ਹੁਣ ਤੇ ਮੇਰੀ ਹੀ ਦਾਤ ਹੈ, ਮੈਂ ਹੀ ਦਿੱਤੇ ਸੀ ਤੇ ਮੈਂ ਮਾਰਨ ਵਾਲਾ ਵੀ ਹੈ ਤੇ ਬਚਾਉਣ ਵਾਲਾ ਵੀ ਆ। ਕਹੋ ਸਤਨਾਮ। ਇਹ ਤਾਂ ਪੁੱਛੋ ਲਿਖਾਰੀ ਨੂੰ, ਸਾਲ ਪਹਿਲਾਂ ਦੀ ਤਰੀਕ ਕਿਤਾਬ ਵਿੱਚ ਲਿਖਿਆ ਪਿਆ ਵੀ 2 ਪੁੱਤਰਾਂ ਦੀ ਦਾਤ ਗੁਰੂ ਘਰ ਤੋਂ ਫਲਾਣੇ ਸਿੱਖ ਨੂੰ ਸਿੱਖਣੀ ਨੂੰ ਦਿੱਤੀ ਗਈ ਆ। ਕਹੋ ਸਤਨਾਮ। ਖੈਰ ਮਨੋਬਿਰਥੀਆਂ ਉੱਥੇ ਰੱਖੀਏ। ਇਸ ਕਰਕੇ ਇਸ ਨੂੰ ਗੁਰੂ ਸਾਹਿਬ ਕਹਿਣ ਲੱਗੇ ਪੁੱਤਰ ਆਹ ਕੜਾ ਸੰਭਾਲ ਕੇ ਰੱਖੀ, ਜਦੋਂ ਕੋਈ ਕੰਮ ਅੜੇ ਇਹਨੂੰ ਨਮਸਕਾਰ ਕਰਕੇ ਅਰਦਾਸ ਕਰਦੀ ਤੇਰੀ ਕੰਮ ਹੋ ਜਾਵੇਗਾ। ਦੁੱਖ ਸਦ ਹੋਏ ਗੁਰ ਤੇ ਚਲ ਪਰਿਓ, ਮਾਰਗ ਮੇ ਵਿਚਾਰ ਚਿਤ ਕਰਿਓ। ਹੁਣ ਤੇ ਤੁਰ ਪਿਆ। ਗੁਰੂ ਸਾਹਿਬ ਨੇ ਪ੍ਰਸ਼ਾਦ ਕਿਸੇ ਬਰਤਨ 'ਚ ਪਾ ਕੇ ਦਿੱਤਾ, ਹੁਣ ਉਹ ਬਰਤਨ ਫੜਾਤਾ ਇਹਨੂੰ ਪ੍ਰਸ਼ਾਦ ਵਾਲਾ, ਕੋਈ ਡੋਲੂ ਗੜਬਾ ਆਦਿ ਕੁਛ ਨਾ ਕੁਛ। ਤੁਰ ਪਿਆ। ਰਸਤੇ ਦੇ ਵਿੱਚ ਵਿਚਾਰਾਂ ਕਰਦਾ ਜਾ ਰਿਹਾ ਹੈ ਜੀ। ਹਟ ਸੇ ਧਨ ਗੁਰ ਕੋ ਹਮ ਦਿਓ, ਬਖਸ਼ ਚਲੋ ਕੜਾ ਹਮ ਲਿਓ। ਜੇ ਹੁਣ ਹਿਸਾਬ ਕਿਤਾਬ ਕਰੀਏ ਤਾਂ ਫੇਰ ਪਤਾ ਕੀ ਹਿਸਾਬ ਕਿਤਾਬ ਕਰਦਾ ਹੈ? ਕਹਿੰਦਾ ਯਾਰ 600 ਰੁਪਈਆ ਮੱਥਾ ਵੀ ਟੇਕਤਾ ਬਾਬੇ ਨੂੰ, ਤੇ ਬਾਬੇ ਨੇ ਆ ਲੋਹੇ ਦਾ ਕੜਾ ਜਿਹਾ ਹੀ ਦਿੱਤਾ ਇੱਕ, ਤੇ ਭਾਈ ਲੈਣ ਕੋ ਕਹਿਓ ਸੁਨੇਹਾ, ਗਮਨਤ ਬਣਿਆ ਸੋਚਤੇ ਹਾ। ਇੱਕ ਪ੍ਰਸ਼ਾਦ ਦਿੱਤਾ ਹੈਗਾ, ਇਹ ਪਤਾ ਨਹੀਂ ਮਾਸ ਮੂਸ ਹੀ ਨਾ ਹੋਵੇ ਕਿਤੇ। ਏਦਾਂ ਵਿਚਾਰਾਂ ਕਰਦਾ ਜਾ ਰਿਹਾ ਹੈ। ਪਹੁੰਚਿਓ ਜਹਾਂ ਗ੍ਰਾਮ ਚਮਕੌਰ, ਚਲਿਓ ਜਾਤ ਆਗੇ ਤਿਸ ਠੌਰ। ਚੱਲਦਾ ਚੱਲਦਾ ਚਮਕੌਰ ਸਾਹਿਬ ਦੇ ਨੇੜੇ ਪਹੁੰਚ ਗਿਆ ਇਹ। ਧਿਆਨ ਸਿੰਘ ਮਾਜਰੀਆ ਰਾਹੀ, ਮਿਲਿਓ ਬਿਲੋਕਤ ਬੂਝਤ ਤਾਹੀ। ਮਾਜਰੀਆ ਇੱਕ ਸਿੱਖ ਹੈ, ਮਾਜਰੇ ਦਾ ਰਹਿਣ ਵਾਲਾ ਮਾਜਰੀਆ। ਧਿਆਨ ਸਿੰਘ ਇਹਨੂੰ ਰਸਤੇ ਵਿੱਚ ਮਿਲਿਆ ਹੈ। ਤੇ ਆਇਓ ਸਿੱਖਾ ਕੌਣ, ਕਿਤ ਕੋ ਜਾਤ ਕੌਣ ਪੁਰ ਪੌਣ। ਸਵੈ ਕੇ ਪੁੱਛ ਲਿਆ ਭਾਈ ਸਾਹਿਬ ਕਿੱਥੋਂ ਆਇਓ, ਕਿੱਧਰ ਚੱਲਿਓ? ਕੀ ਕਹਿੰਦਾ? ਸਮੇਂ ਆਹਾਰ ਕਰਨ ਜੋ ਜਾਣਾ, ਇਹ ਤਿਆਰ ਕਰ ਲੀਜੇ ਖਾਣਾ। ਉਹ ਸਿੱਖ ਦਾ ਸੁਭਾਅ ਹੀ ਹੈ, ਹੋਣਾ ਵੀ ਚਾਹੀਦਾ। ਕੋਈ ਰਾਹੀ ਪਾਂਦੀ ਟੱਕਰ ਜੇ ਰੋਟੀ ਦਾ ਟਾਈਮ ਹੋਵੇ ਤੇ ਰੋਟੀ ਪੁੱਛ ਲਈਦੀ ਆ। ਕਹੋ ਸਤਨਾਮ। ਕਹਿਣ ਲੱਗਿਆ ਰੋਟੀ ਦਾ ਟਾਈਮ ਹੈ, ਰੋਟੀ ਛਕ ਲਾ, ਆ ਜਾ। ਪੁਣ ਜਿਤ ਬਾਚੋ ਤਾਹ ਪਿਆਨੋ, ਆਪਨ ਬਾਰਤਾ ਸਕਲ ਬਖਾਨੋ। ਫਿਰ ਜਿੱਧਰ ਜਾਣਾ ਚਲਿਆ ਜਾ, ਆ ਘਰੇ ਚੱਲ ਤੈਨੂੰ ਪ੍ਰਸ਼ਾਦਾ ਛਕਾਉਣੇ ਆ। ਗੋਪਾਲ ਸੁਨ ਬਾਕ ਲਾਇਓ, ਗੁਰ ਕੋ ਸਿੱਖ ਦਰਸ ਹਿਤ ਆਇਓ। ਔਰ ਕਹਿਣ ਲੱਗਿਆ ਜੀ ਮੈਂ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ ਸੀਗਾ। ਦੱਖਣ ਮੈਂ ਉਜੈਨਪੁਰ ਬਾਸੇ, ਇਤੇ ਦੂਰ ਤੇ ਆਇਓ ਪਾਸੇ। ਮੈਂ ਦੱਖਣ ਤੋਂ ਆਇਆ, ਉਜੈਨ ਤੋਂ। ਹਰ ਦਰਸ਼ਨ ਮੈਂ ਦੀਆ ਕੋਰ, ਬੰਦੇ ਗੁਰੂ ਚਰਨ ਕਰ ਜੋਰ। ਫੇਰ ਕਹਿੰਦਾ ਮੈਂ ਦਰਸ਼ਨ ਕੀਤੇ, ਨਮਸਕਾਰ ਕੀਤੀ, ਭੇਟਾ ਵੀ ਮੱਥਾ ਟੇਕੀ ਆ 600 ਰੁਪਈਆ। ਖੁਸ਼ੀ ਪਿਓ ਮਨ ਮੋਰੇ, ਕਿਰਿਆ ਵਿਖੇ ਗੁਰਾਛ ਨਾ ਹੋਰੇ। ਫੇਰ ਤੇਰਾ ਚਿਹਰਾ ਕਿਉਂ ਉਦਾਸ ਹੈ ਯਾਰ? ਹੈ ਗੁਰੂ ਸਾਹਿਬ ਦੀ ਕਿਰਪਾ ਤੇਰੇ ਤੇ ਹੋਈ ਆ। ਕਹਿੰਦਾ ਨਹੀਂ ਯਾਰ ਮੈਂ ਚਿੱਤ ਖੁਸ਼ ਨਹੀਂ ਹੋਇਆ ਇਸ ਗੁਰੂ ਨੂੰ ਗੁਰੂ ਬਣਾ ਕੇ। ਰਖਸ਼ਤ ਵਿਕੇ ਨਹੀਂ ਕਛ ਦਿਓ, ਸੁਣਤ ਧਿਆਨ ਸਿੰਘ ਬੂਝਤ ਪਿਓ। ਮੈਨੂੰ ਕੋਈ ਖਾਸ ਚੀਜ਼ ਨਹੀਂ ਦਿੱਤੀ ਉਹਨਾਂ ਨੇ। 600 ਰੁਪਈਆ ਮੈਂ ਮੱਥਾ ਟੇਕਿਆ, ਜਦ ਮੈਨੂੰ ਵਿਦਾ ਕੀਤਾ ਕੋਈ ਖਾਸ ਨਹੀਂ ਦਿੱਤਾ। ਕਹਾਂ ਬਚ ਕੇ
हो गुसाई तुमको देव सो देहो बताई। ਕੋਈ ਉਹਨਾਂ ਨੇ ਬਚਨ ਜਿਹਨੂੰ ਅਸੀਂ ਗੁਰਮੰਤਰ ਕਹਿੰਦੇ ਆ, ਕੋਈ ਬਚਨ ਨਹੀਂ ਦਿੱਤਾ ਤੈਨੂੰ ਉਹਨਾਂ ਨੇ। हर गोपाल तब कहो प्रसंग ध्यान सिंह गुर सिख के संग। ਧਿਆਨ ਸਿੰਘ ਗੁਰੂ ਕਾ ਸਿੱਖ ਸੀਗਾ। ਹਰ ਗੋਪਾਲ ਕਹਿੰਦਾ प्रथम बाप मेरो सिख हो सो तन देकर दर्शन जो। ਪਹਿਲਾਂ ਮੇਰਾ ਬਾਪੂ ਵੀ ਇਹਨਾਂ ਦਾ ਸਿੱਖ ਸੀਗਾ, ਉਹ ਵੀ ਦਰਸ਼ਨੀ ਭੇਟਾ ਉਹਨੇ ਦਿੱਤੀ ਸੀ, ਮੈਂ ਉਹ ਵੀ ਦਿੱਤੀ ਹੈ। यो पंच से मैं अभियान रहो मास लग दर्शन ठान। ਔਰ ਮੈਂ ਵੀ 500 ਰੁਪਈਆ ਤੇ 100 ਰੁਪਈਆ 600 ਰੁਪਈਆ ਮੱਥਾ ਟੇਕਿਆ। और पिता ने दे उपदेश इतनी दूर भेजो प्रदेश। ਔਰ ਮੇਰੇ ਪਿਤਾ ਨੇ ਮੈਨੂੰ ਇੱਥੇ ਭੇਜਿਆ ਸੀਗਾ ਵੀ ਜਾ ਕੇ ਗੁਰੂ ਧਾਰਨ ਕਰਕੇ ਆ। ਮੈਂ ਇੰਨੀ ਦੂਰੋਂ ਉਜੈਨ ਤੋਂ, ਜੈਪੁਰ ਤੋਂ ਪਰੇ ਹੈ ਉਜੈਨ, ਉੱਥੋਂ ਆਇਆ। हाथ में दर्भ गुरु ने लीना बचन पाओ का एक अबदीना। ਔਰ 600 ਰੁਪਈਆ ਮੈਂ ਮੱਥਾ ਟੇਕਤਾ। ਹੋਰ ਤਾਂ ਬਾਬੇ ਨੇ ਕੁਛ ਨਹੀਂ ਕਿਹਾ, ਇੱਕ ਪ੍ਰੇਮ ਦਾ ਬਚਨ ਕਿਹਾ ਸੀਗਾ, ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਆਵਾਂਗੇ। गिनत घटे त्याग बतावत चलियो जात गुर को पछतावत। ਔਰ ਇਹ ਪਛਤਾ ਰਿਹਾ ਧਿਆਨ ਸਿੰਘ ਦੇ ਸਾਹਮਣੇ ਵੀ ਦੱਸਦਾ ਕਿ ਮੈਨੂੰ ਖੁਸ਼ੀ ਨਹੀਂ ਹੋਈ ਗੁਰੂ ਵਾਲਾ ਬਣ ਕੇ। ਇੱਕ ਕੜਾ ਦਿੱਤਾ ਹੈ, ਟਿੱਕਾ ਭਾਂਡੇ 'ਚ ਪ੍ਰਸ਼ਾਦ ਹੈ, ਪਤਾ ਨਹੀਂ ਮਾਸੀ ਹੋਵੇ। सुन के ध्यान सिंह गुर जाना गुर शरदा ते हीन महाना। ਧਿਆਨ ਸਿੰਘ ਨੂੰ ਜੱਜਮੈਂਟ ਹੋ ਗਈ ਵੀ ਇਹਨੂੰ ਗੁਰੂ ਤੇ ਸ਼ਰਧਾ ਨਹੀਂ ਆਈ। सुर सिक्खा तू ए मम पाए गुर को चल हार लियो पाए। ਤੂੰ ਭਰਾਵਾ ਮੇਰਾ ਗੁਰ ਭਾਈ ਹੋਇਆ, ਤੂੰ ਗੁਰੂ ਨਾਨਕ ਦਾ ਗੁਰੂ ਪਾਤਸ਼ਾਹ ਦਾ ਸਿੱਖ ਹੈ, ਚੱਲ ਪਹਿਲਾਂ ਪ੍ਰਸ਼ਾਦਾ ਛਕ ਲੈ ਅਤੇ मत पुछताव करो मन माही मिले गमन्यो संग ताही। 600 ਰੁਪਏ ਦਾ ਪਛਤਾਵਾ ਨਾ ਕਰ, ਤੇਰੇ ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੋਣੀ ਆ। आची ताए विनाश जबे सिख सिखनी दोनों तबे। ਔਰ ਚੰਗੇ ਥਾਂ ਬਿਠਾ ਕੇ ਇਹਨਾਂ ਦੋਵਾਂ ਪਤੀ ਪਤਨੀ ਨੇ ਇਹਦੀ ਸੇਵਾ ਕੀਤੀ ਹੈ। सेवा करिया रचायो कह कर अपने घर ठहरायो। ਔਰ ਪ੍ਰਸ਼ਾਦਾ ਛਕਾਇਆ। ਰਾਤ ਵੀ ਇਹਨੂੰ ਇੱਥੇ ਕਟਾਈ ਹੈ, ਦਿਨ ਛਿਪਣ ਵਾਲਾ ਸੀ। सुपुत जथा सुख रात बिताए पई प्रात चल भोचित पाए। ਔਰ ਰਾਤ ਚੰਗੀ ਤਰ੍ਹਾਂ ਸੁੱਖ ਨਾਲ ਬਤੀਤ ਹੋਈ ਹੈ। ਤੜਕੇ ਉੱਠ ਕੇ ਤੁਰਨ ਲੱਗਿਆ। ਧਿਆਨ ਸਿੰਘ ਭਾਖਿਓ ਤਿਸ ਬੇਰੇ ਸੁਣ ਸਿੱਖਾ ਜੇ ਮਰਜ਼ੀ ਤੇਰੀ। ਧਿਆਨ ਸਿੰਘ ਕਹਿਣ ਲੱਗਿਆ ਜੇ ਤੇਰੀ ਮਰਜ਼ੀ ਹੈ ਗੁਰ ਕੋ ਬਚਨ ਹਮੇ ਦੇ ਜਾਏ ਖਟ ਸੇ ਤਨ ਆਪਣਾ ਲਿਓ ਪਾਏ। ਭਾਈ ਜੇ ਤੈਨੂੰ ਇਹ ਸੌਦਾ ਮਹਿੰਗਾ ਲੱਗਦਾ ਨਾ, ਤੈਨੂੰ ਮੈਂ 605 ਰੁਪਏ ਦੇ ਦਿੰਨਾ ਤੇ ਇਹ ਸਮਾਨ ਜਿਹੜਾ ਗੁਰੂ ਨੇ ਤੈਨੂੰ ਦਿੱਤੀ ਆ ਸਿੱਖਿਆ ਤੂੰ ਮੈਨੂੰ ਦੇ ਦੇ। ਜੇ ਤੈਨੂੰ 600 ਨਾਲ ਪਿਆਰ ਹੈ ਤਾਂ ਮੈਂ ਤੈਨੂੰ ਦੇ ਦੇਣਾ। ਦੋਹਰਾ ਸਿੱਖ ਸਿੱਖ ਕਾ ਸਤ ਵਣਜ ਸਿੱਖ ਸਿੱਖ ਕਾ ਪਾਓ। ਸਿੱਖ ਕਦੇ ਸਿੱਖ ਦੇ ਨਾਲ ਧੋਖਾ ਨਹੀਂ ਕਰਦਾਗਾ। ਜੇ ਤਾਂ ਛੱਡਦਾ ਤਾਂ ਫਿਰ ਘਰੇ ਲੈ ਜਾ, ਸ਼ਬਦ ਵੀ ਤੇ ਸਮਾਨ ਵੀ। ਜੇ ਤੂੰ ਕਿਤੇ ਹੋਰ ਸਿੱਟ ਕੇ ਜਾਣਾ ਤਾਂ ਫਿਰ ਮੈਥੋਂ ਇਹ 600 ਰੁਪਈਆ ਲੈ ਲਾ ਤੇ ਸਮਾਨ ਮੈਨੂੰ ਦੇ ਦੇ। ਦਗਾ ਸਿੰਘ ਮਮ ਨਾ ਕਰੈ ਪਾਣੀ ਅਨ ਭਗਾਓ। ਮੈਂ ਪ੍ਰਸ਼ਾਦਾ ਛਕਾਇਆ, ਮੈਂ ਧੋਖੇ ਨਾਲ ਤੇਥੋਂ ਕੁਝ ਨਹੀਂ ਮੰਗਦਾਗਾ, ਪਰ ਤੈਨੂੰ ਗੁਰੂ ਸਾਹਿਬ ਤੇ ਭਰੋਸਾ ਨਹੀਂ ਲੱਗਦਾ। ਜੇ ਪ੍ਰਤੀਤ ਗੁਰਵਾਕ ਪਰ ਤੂੰ ਘਰ ਲੈ ਜਾਏ। ਜੇ ਤੈਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਫਿਰ ਤੂੰ ਖੁਸ਼ੀ ਖੁਸ਼ੀ ਘਰੇ ਜਾ। ਜੇ ਭੁੱਖਾ ਤੂੰ ਦਾਮ ਕਾ ਲੀਜੋ ਆਪਣੋ ਪਾਏ। ਜੇ ਭਾਈ ਤੈਨੂੰ 600 ਰੁਪਏ ਦਾ ਫਿਕਰ ਹੈ ਤੇ ਮੈਥੋਂ ਲੈ ਲਾ। ਬੜੀਆਂ ਸਿੱਖ ਬੋਲਿਓ ਹਰ ਖਾਵਤ ਤਨ ਕੀ ਮਨ ਪ੍ਰੀਤ ਮੋਹਿ ਭਾਵਤ। ਖੁਸ਼ ਹੋ ਗਿਆ ਉਹ ਤਾਂ ਵੀ ਡੁੱਬਦੇ ਡੁੱਬਦੇ ਪੈਸੇ ਮਿਲਣ ਲੱਗੇ ਆ। ਖੁਸ਼ ਹੋ ਗਿਆ, ਕਹਿੰਦਾ ਠੀਕ ਹੈ ਮੈਨੂੰ ਤਾਂ ਜਾਂ ਪੈਸੇ ਚੰਗੇ ਹਨ। ਬਚਨ ਗੁਰੂ ਕੇ ਭਾਵਤ ਨਾਹੀ ਦਿਓ ਦਰਬ ਲੀਜੇ ਨਿਜ ਪਾਹੇ। ਆ ਸਮਾਨ ਤੂੰ ਲੈ ਆ ਤੇ ਮੈਨੂੰ ਦੇ ਦੇ 600। ਕਹਿੰਦਾ ਮੈਂ 605 ਦੇਊਂਗਾ, ਘੱਟ ਨਹੀਂ ਦਿੰਦਾ ਤੈਨੂੰ। ਸੁਣ ਕੇ ਧਿਆਨ ਸਿੰਘ ਲਲਚਾਇਓ ਜੈ ਕੇ ਤੇ ਤਨ ਜੇ ਕਿਉਂ ਲਿਆਇਓ। ਭਾਈ ਧਿਆਨ ਸਿੰਘ ਨੇ ਉਸੇ ਵੇਲੇ ਜਿਵੇਂ ਕਿਵੇਂ ਕਰਕੇ 605 ਰੁਪਏ ਇਕੱਠੇ ਕੀਤੇ, ਚਾਹੇ ਘਰ ਵਾਲੀ ਦੇ ਗਹਿਣੇ ਜਾ ਕੇ ਵੇਚ ਕੇ ਆਇਆ ਜਾਂ ਗਹਿਣੇ ਧਰ ਕੇ ਆਇਆ। ਸਾਧਨ ਵਿਭੂਖਨ ਤਰਨੀ ਬਾਲਾ ਗਿਰਵੀ ਸਗਰੇ ਤਰਤ ਤਕਾਲਾ। ਇਸ ਤਰ੍ਹਾਂ ਗੁਰੂ ਪਿਆਰਿਓ ਇਸ ਨੇ 600 ਰੁਪਈਆ ਗਹਿਣੇ ਧਰ ਕੇ ਲੈ ਲਿਆ ਹੈ। ਆਨਿਓ ਖਟ ਸੇ ਦਰਬ ਬਟੋਰ ਹਰ ਗੋਪਾਲ ਕੋ ਦੇ ਕਰ ਜੋਰ। 605 ਰੁਪਈਆ ਲਿਆ ਕੇ ਉਹਨੂੰ ਦੇ ਦਿੱਤਾ ਹੈ। ਪੰਜ ਰਹਿਤ ਪਣ ਦੇ ਸਵਾਏ ਤਨ ਕੋ ਵਿਆਜ ਲਿਓ ਸੁਖ ਪਾਏ। 5 ਰੁਪਈਏ ਉੱਤੇ ਦੇ ਤੇ 5 ਰੁਪਈਏ ਤੈਨੂੰ ਵਿਆਜ ਵੀ ਦੇ ਦੇਣਾ। ਤੂੰ ਐ ਨਾ ਕਹੇ ਘਾਟਾ ਪੈ ਗਿਆ ਮੈਨੂੰ। 605 ਰੁਪਈਏ ਦੇਣੇ ਕੀਤੇ। ਬਨੀਏ ਲੈ ਤਨ ਮਨ ਹਰਖਾਇਓ ਨਹਿ ਜਾਣਤ ਜੜ ਸਕਲ ਗਵਾਇਓ। ਔਰ ਮੂਰਖ ਨੂੰ ਇਹ ਨਹੀਂ ਪਤਾ ਕਿ ਮੈਂ ਤਾਂ ਇੱਕ
ਅਮੁੱਲ ਧਨ ਇਹਨੂੰ ਵੇਚਣ ਲੱਗੇ ਆ 600 ਰੁਪਏ ਚ। ਕਹੋ ਸਤਨਾਮ। ਅਮੁੱਲ ਗੁਣ ਅਮੁੱਲ ਵਪਾਰ, ਜਪਜੀ ਸਾਹਿਬ ਦਾ ਬਚਨ। ਇਹ ਜਿਹੜਾ ਗੁਣ ਨਾਲ ਇਹ ਕਰਕੇ ਆਇਆ ਵਪਾਰ, ਉਹਦਾ ਕੋਈ ਮੁੱਲ ਨਹੀਂ ਹੈ, ਪਰ ਇਹਨੂੰ ਵਸਤੂ ਦਾ ਗਿਆਨ ਨਹੀਂ ਹੈ। ਕਈ ਵਾਰੀ ਲਾਲਾਂ ਨੂੰ ਵੀ ਆਪਾਂ ਕੌਡੀਆਂ ਦੇ ਭਾਅ ਸਿੱਟ ਦਿੰਨੇ ਆ। ਕਹੋ ਸਤਨਾਮ। ਇਹਨੂੰ ਗਿਆਨ ਨਹੀਂ ਸੀਗਾ, ਇਸ ਕਰਕੇ ਇਸ ਨੇ ਗੁਰੂ ਪਿਆਰੋ 600 ਰੁਪਈਆ ਵੱਡਾ ਸਮਝਿਆ। ਧਿਆਨ ਸਿੰਘ ਨੂੰ ਕਹਿਣ ਲੱਗਿਆ ਆ ਫੜ ਕੜਾ। ਧਿਆਨ ਸਿੰਘ ਕਹਿਣ ਲੱਗਿਆ ਨਹੀਂ ਕੜਾ ਤਾਂ ਰੱਖ ਤੂੰ। ਫਿਰ ਕਹਿੰਦੀ ਆ ਪ੍ਰਸ਼ਾਦ, ਕਹਿੰਦੇ ਨਹੀਂ ਇਹ ਵੀ ਲੈ ਜਾ ਘਰੇ, ਮੈਂ ਇਹ ਵੀ ਨਹੀਂ ਲੈਂਦਾ ਤੇਥੋਂ। ਕਹਿੰਦੇ ਹੋਰ ਫਿਰ ਕੀ? ਕਹਿੰਦੇ ਬਾ ਜਿਹੜਾ ਬਚਨ ਤੈਨੂੰ ਕਿਹਾ ਉਹ ਮੈਨੂੰ ਦੇ ਦੇ। ਉਹ ਕਹਿੰਦਾ ਮੈਂ ਉਹ ਤੈਨੂੰ ਕਿਵੇਂ ਦੇਵਾਂ? ਕਹਿੰਦੇ ਜਿਵੇਂ ਗੁਰੂ ਸਾਹਿਬ ਨੇ ਕਿਹਾ ਉਵੇਂ ਮੈਨੂੰ ਕਹਿ ਦੇ। ਕਹਿਣ ਲੱਗਿਆ ਸਤ ਬਚਨ, ਉਹਨੇ ਉਦਾਂ ਹੀ ਕਹਿ ਦਿੱਤਾ। ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ, ਕਿਉਂਕਿ ਗੁਰੂ ਦੀ ਬਖਸ਼ਿਸ਼ ਕੰਨ ਰਾਹੀਂ ਆਉਂਦੀ ਹੈ ਤੇ ਮੂੰਹ ਰਾਹੀਂ ਜਾਂਦੀ ਹੈ। ਇਹ ਕਹਿ ਕੇ ਵੇਚ ਕੇ ਬਾਣੀਆਂ ਚਲਿਆ ਗਿਆ 600 ਰੁਪਏ 'ਚ। ਅੱਗੇ ਕੀ ਹੁੰਦਾ ਹੈ ਇਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਇੱਥੇ ਸਮਾਂ ਸਮਾਪਤ ਹੈ, ਰੋਕਣ ਦੀ ਆਗਿਆ ਬਖਸ਼ੋ। ਕੱਲ ਨੂੰ ਸਮੇਂ ਨਾਲ 4:45 ਤੋਂ ਪਹੁੰਚ ਕੇ ਅਗਲੀ ਰਹਿੰਦੀ ਸਾਖੀ ਸਰਵਣ ਕਰਨੀ, ਤਾਂ ਕਿ ਸਾਨੂੰ ਗਿਆਨ ਹੋਵੇ ਕਿ ਗੁਰੂ ਦੇ ਬਚਨਾਂ ਦਾ, ਗੁਰਬਾਣੀ ਦਾ, ਕੀਰਤਨ ਦਾ, ਕਥਾ ਦਾ ਕੀ ਮੁੱਲ ਹੈ। ਕਈ ਕਹਿੰਦੇ ਨੇ ਬਾਬਾ ਜੀ ਕਿੰਨੇ ਪੈਸੇ ਲਓਗੇ ਜੀ? ਕੀਰਤਨ ਦਾ ਬਸ ਇੰਨੇ ਕੁ ਪੈਸੇ। ਲੈ ਬਾਬਾ ਜੀ ਇੰਨੇ ਪੈਸੇ, ਇਹ ਤਾਂ ਬਹੁਤ ਜ਼ਿਆਦਾ ਆ, ਤੁਸੀਂ ਤਾਂ ਬਾਹਲੀ ਲਾਲਚੀ ਹੋ ਗਏ। ਤੁਹਾਨੂੰ ਕੱਲ ਨੂੰ ਦੱਸਾਂਗੇ ਇਸ ਬਾਣੀ ਦਾ, ਕਥਾ ਕੀਰਤਨ ਦਾ ਕੀ ਮੁੱਲ ਹੈ। ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व मैं, जन गुणतास, हे संगी हे निरंकार, हे निर्गुण सब टेक, हे गोविंद हे गुण निदान, जाके सदा विवेक, हे अपरंपर हर हरे, हो बनहार, हे संत है कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, कोई परोए, आए प्रभ शरणागति, निध दयाल, एक अखर हर मन बसत, होत निहाल, एक ओंकार सतगुरु, प्रसाद सच होए, वाहिगुरु जी की फतेह है, विनाशन सोए, वाहिगुरु जी की फतेह है, विनाशन सोए, वाहिगुरु जी का खालसा, वाहिगुरु जी की फतेह।